ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਟਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾ ਧਰਤੀ ਭਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿੱਥੈ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੁਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮੱਤੇ ਜੇ ਕੋਆ। ਘਰ ਘਰ ਅੰਦਰ ਧਰਮਸਾਰ, ਹੋਵੈ ਕੀਰਤਨ ਸਦਾ ਵਿਸਵਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਵਨ ਮੂਲ ਪਵਨ ਮਤ ਵੇਲਾ, ਤੇਰਾ ਕਵਣ ਗੁਰੂ ਇਸ ਕਾ ਪੂਜੇਲਾ। ਪਵਨ ਮੂਲ ਪਵਨ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਪੂਜੇਲਾ। ਪਵਨ ਕਥਾ ਲੈ ਰਹੋ ਨਿਰਾਲੇ, ਬੋਲੇ ਨਾਨਕ ਸੁਣਹੁ ਤੁਮ ਬਾਲੇ। ਏਸ ਕਥਾ ਕਾ ਦੇ ਵਿਚਾਰ, ਏਸ ਕਥਾ ਕਾ ਦੇ ਵਿਚਾਰ। ਭਵ ਜਲ ਸ਼ਬਦ ਲਗਾਵਣ ਹਾਰ, ਏਸ ਕਥਾ ਕਾ ਦੇ ਵਿਚਾਰ। ਭਵ ਜਲ ਸ਼ਬਦ ਲੰਘਾਵਣ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ, ਦੀਨਾ ਬੰਧੂ ਨਿਰੰਜਨੀ ਜੋਤ, ਸਰਬ ਕਲਾ ਸਮਰੱਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ
ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦਾ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਹੈ। ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਦਾ ਨਿਤਨੇਮ ਹੋਇਆ। ਹਰ ਰੋਜ਼ ਦੀ ਤਰ੍ਹਾਂ ਪੰਜ ਬਾਣੀਆਂ ਦਾ ਨਿਤਨੇਮ ਸ੍ਰੀ ਜਪਜੀ ਸਾਹਿਬ, ਸ੍ਰੀ ਜਾਪ ਸਾਹਿਬ, ਸੁਦਾ ਸਵਈਏ, ਸ੍ਰੀ ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ, ਜਿਨ੍ਹਾਂ ਪੰਜ ਬਾਣੀਆਂ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਜਿਨ੍ਹਾਂ ਪੰਜ ਬਾਣੀਆਂ ਦੇ ਨਾਲ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਦੀ ਸਾਜਣਾ ਕੀਤੀ ਤੇ ਹਰ ਇੱਕ ਅੰਮ੍ਰਿਤਧਾਰੀ ਗੁਰਸਿੱਖ, ਮਾਈ ਭਾਈ, ਬਜ਼ੁਰਗ ਬੱਚਾ ਉਹ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ। ਔਰ ਗੁਰੂ ਘਰਾਂ ਦੇ ਵਿੱਚ ਵੀ ਇਹ ਅੰਮ੍ਰਿਤ ਦੀਆਂ ਔਰ ਅੰਮ੍ਰਿਤ ਵੇਲੇ ਦੀਆਂ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਜਾਪ ਕੀਤਾ ਜਾਂਦਾ। ਉਸੇ ਮਰਿਆਦਾ ਅਨੁਸਾਰ ਹਰ ਰੋਜ਼ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ। ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਹੈ ਔਰ ਲੜੀਵਾਰ ਰੂਪ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੁਆਰਾ ਸਤਿਗੁਰੂ ਜੀ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਸਿੱਧ ਗੋਸ਼ਟ ਨਾਮ ਦੀ ਬਾਣੀ ਹੈ। ਜੋ ਸਿੱਧਾਂ ਨੇ ਸਵਾਲ ਕੀਤੇ ਉਹਨਾਂ ਦੇ ਜਵਾਬ ਗੁਰੂ ਸਾਹਿਬ ਜੀ ਨੇ ਦਿੱਤੇ ਔਰ ਬਹੁਤ ਡੂੰਘੇ ਸਵਾਲ ਸਿੱਧਾਂ ਨੇ ਕੀਤੇ, ਕਿਉਂਕਿ ਸਿੱਧ ਵੀ ਤਪਸਵੀ ਲੋਕ ਸਨ, ਬੰਦਗੀ ਵਾਲੇ ਲੋਕ ਸਨ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਜਪ ਤਪ ਕੀਤਾ ਤੇ ਸਿੱਧੀਆਂ ਕਰਾਮਾਤਾਂ ਵੀ ਉਹਨਾਂ ਨੂੰ ਪ੍ਰਾਪਤ ਹੋਈਆਂ ਸਨ। ਉਹਨਾਂ ਦੇ ਸਵਾਲ, ਉਹਨਾਂ ਦੇ ਪ੍ਰਸ਼ਨ, ਗੁਰੂ ਸਾਹਿਬ ਜੀ ਦੇ ਉੱਤਰ ਸਤਿਗੁਰੂ ਜੀ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ, ਜਿਸ ਦੀ ਸਾਧ ਸੰਗਤ ਜੀ 42 ਪੌੜੀਆਂ ਦੀ ਵਿਚਾਰ ਪਿਛੇ ਹੋ ਚੁੱਕੀ ਹੈ ਔਰ 43ਵੀਂ ਪੌੜੀ ਦਾ ਪਾਠ ਆਪਾਂ ਸਰਵਣ ਕੀਤਾ ਹੈ। ਇਸ 43ਵੀਂ ਪੌੜੀ ਦੇ ਵਿੱਚ ਸਿੱਧਾਂ ਵੱਲੋਂ ਸਵਾਲ ਕੀਤੇ ਹੋਏ ਹਨ, ਜਿਨ੍ਹਾਂ ਦੇ ਜਵਾਬ ਅੱਗੇ 44ਵੀਂ ਪੌੜੀ ਦੇ ਵਿੱਚ ਜਗਤ ਗੁਰੂ ਜੀ ਨੇ ਦਿੱਤੇ। ਇਹ 942 ਤੋਂ ਹੇਠਲੇ ਪਾਸਿਓਂ 43ਵੀਂ ਪੌੜੀ ਆਰੰਭ ਹੁੰਦੀ ਹੈ, ਅੱਗੇ 943 ਅੰਗ ਤੇ ਸੰਪੂਰਨ ਹੁੰਦੀ ਹੈ। ਤੋ ਇਸ 43ਵੀਂ ਪੌੜੀ ਦੀ ਵਿਚਾਰ ਕੱਲ ਜੋ ਲੰਘਿਆ ਹੋਇਆ ਦਿਨ ਸਤਿਕਾਰਯੋਗ ਮਹਾਂਪੁਰਖਾਂ ਨੇ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਅਲਪੋਵਾਲ ਵਾਲੇ ਮਹਾਂਪੁਰਖ, ਉਹਨਾਂ ਨੇ ਇਸ ਪੌੜੀ ਦੀਆਂ 2 ਪੰਕਤੀਆਂ ਦੀ ਵਿਚਾਰ ਹੀ ਕੱਲ ਕੀਤੀ ਸੀ। ਮਹਾਂਪੁਰਖਾਂ ਨੇ ਆਰੰਭ ਵਾਲੀਆਂ ਦੀ ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਇੰਨੀ ਵਿਚਾਰ ਹੀ ਬਾਬਾ ਜੀ ਨੇ ਕੱਲ ਕੀਤੀ ਸੀ ਕੱਲ ਦੇ ਦੀਵਾਨ ਦੇ ਵਿੱਚ, ਤੇ ਬਹੁਤ ਅਮੋਲਕ ਵਚਨ ਸਰਵਣ ਕਰਵਾਏ ਸਨ। ਤੋ ਮਹਾਨ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਵੇਂ ਕਿਰਪਾ ਕਰਦੇ ਹਨ, ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਦਾ ਸਦਕਾ, ਕਿਉਂਕਿ ਗੁਰੂ ਕੀ ਬਾਣੀ ਅਗਾਧ ਬੋਧ ਹੈ। ਸਤਿਗੁਰੂ ਜੀ ਦੀ ਬਾਣੀ ਦਾ ਜੋ ਗਿਆਨ ਹੈ, ਜੋ ਬੋਧ ਹੈ, ਉਹ ਸਾਧ ਸੰਗਤ ਜੀ ਅਗਾਧ ਹੈ, ਡੂੰਘਾ ਹੈ।
ਜਿਵੇਂ ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਜਿਵੇਂ ਪੰਛੀ ਉਹ ਆਕਾਸ਼ ਦਾ ਅੰਤ ਨਹੀਂ ਪਾ ਸਕਦਾ, ਉਡਾਰੀਆਂ ਲਾ ਸਕਦਾ ਹੈ, ਜਿੰਨੀਆਂ ਉੱਚੀਆਂ ਉਡਾਰੀਆਂ ਲਾਵੇਗਾ ਆਨੰਦ ਤਾਂ ਲੈ ਸਕਦਾ ਹੈ, ਪਰ ਅੰਤ ਨਹੀਂ ਆਉਂਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਗੁਰੂ ਕੀ ਬਾਣੀ ਦਾ ਗਿਆਨ ਮਹਾਨ ਤੋਂ ਮਹਾਨ ਹੈ, ਡੂੰਘੇ ਤੋਂ ਡੂੰਘਾ ਹੈ, ਉੱਚੇ ਤੋਂ ਉੱਚਾ ਹੈ। ਤੇ ਜਿੰਨੀ ਕਿ ਸਤਿਗੁਰੂ ਜੀ ਸਮਝ ਸੋਝੀ ਦਿੰਦੇ ਹਨ ਕਿਸੇ ਗੁਰਸਿੱਖ ਨੂੰ, ਉਹਨਾਂ ਕੀ ਉਹ ਆਨੰਦ ਲੈ ਸਕਦਾ ਹੈ। ਓੜਕ ਤਾਂ ਕੋਈ ਹੈ ਨਹੀਂ, ਅੰਤ ਤਾਂ ਕੋਈ ਹੈ ਨਹੀਂ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਦੇ ਆ। ਬੇਸੁਮਾਰ ਅਥਾਹ ਅਗਣਤ ਅਤੁੱਲੈ, ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜਿਵੇਂ ਰਹਿਮਤ ਕਰਦੇ ਹਨ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਜਦੋਂ ਕਾਂਸ਼ੀ ਤੋਂ ਉਹਨਾਂ ਨੂੰ ਲਿਆਂਦਾ ਗਿਆ ਸੀ ਨਾ, ਲੰਮਾ ਇਤਿਹਾਸ ਹੈ, ਐਸਾ ਕੌਤਕ ਵਰਤਿਆ ਸੀ। ਛੇਵੇਂ ਪਾਤਸ਼ਾਹ ਜੀ ਨੇ ਫਿਰ ਆਪਣਾ ਹੁਕਮਨਾਮਾ ਭੇਜ ਕੇ ਆਖਿਆ ਸੀ ਕਿ ਸਾਡਾ ਇੱਥੇ ਗੁਰੂ ਘਰ ਦਾ ਚੋਰ ਆਇਆ ਹੈ। ਉਹ ਐਸਾ ਕੌਤਕ ਵਰਤਾਇਆ ਸੀ ਮਹਾਰਾਜ ਸਾਹਿਬ ਜੀ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਉਚਾਰੀ ਸੀ, ਜਿਹਦੇ 'ਚ ਉਹਨਾਂ ਨੇ ਆਖਿਆ ਸੀ ਵੀ ਜੇ ਗੁਰੂ ਕੋਈ ਸਾਂਗ ਵਰਤੇ ਤਾਂ ਸਿੱਖ ਸਿਦਕ ਨਹੀਂ ਹਾਰਦਾ, ਪਰ ਸਿੱਖ ਆਪਣੇ ਯਤਨ ਦੇ ਨਾਲ ਤੇ ਨਹੀਂ ਨਾ ਸਿਦਕ ਆਪਣਾ ਕਾਇਮ ਰੱਖ ਸਕਦਾ। ਗੁਰੂ ਸਾਹਿਬ ਹੀ ਰਖਾਉਣ ਤੇ ਰਹਿੰਦਾ। ਉਹ ਫਿਰ ਇਹ ਜਦੋਂ ਗੱਲ ਕਹੀ ਸੀ ਤੇ ਮਹਾਰਾਜ ਨੇ ਵੇਖਿਆ ਵੀ ਭਾਈ ਗੁਰਦਾਸ ਸਾਹਿਬ ਜੀ ਮਹਾਨ ਗੁਰੂ ਘਰ ਦੇ ਸਿੱਖ ਆ, ਪਰ ਫਿਰ ਵੀ ਥੋੜ੍ਹੀ ਜਿਹੀ ਸੂਖਮ ਜਿਹੀ ਹਉਮੈ ਅੰਦਰ ਹੈ ਵੀ ਜੇ ਗੁਰੂ ਸਾਹਿਬ ਸਾਂਗ ਵਰਤਨ, ਕੋਈ ਕੌਤਕ ਵਰਤਨ, ਕੋਈ ਪਰਖ ਦੀ ਘੜੀ ਲੈ ਆਉਣ ਤੇ ਸਿੱਖ ਜਿਹੜਾ ਉਹ ਸਿਦਕ ਨਹੀਂ ਹਾਰਦਾ, ਜਿਹੜਾ ਗੁਰੂ ਦਾ ਸਿੱਖ ਹੈ। ਫਿਰ ਮਹਾਰਾਜ ਨੇ ਫਿਰ ਉਹ ਪਰਚਾ ਪਾ ਦਿੱਤਾ। ਘੋੜੇ ਖਰੀਦਣ ਵਾਸਤੇ ਮੋਹਰਾਂ ਦੇ ਕੇ ਭੇਜਿਆ ਸੀ, ਨਾਲ ਹੋਰ ਵੀ ਸੇਵਕ। ਜਦੋਂ ਕਾਬਲ ਕੰਧਾਰ ਵਾਲੇ ਘੋੜੇ ਖਰੀਦਣ ਗਏ ਸੀ ਤੇ ਫਿਰ ਉਹ ਘੋੜੇ ਖਰੀਦ ਲਏ, ਮੁੱਲ ਸਾਰਾ ਕਰ ਲਿਆ, ਤੇ ਜਦੋਂ ਪੈਸੇ ਦੇਣ ਲੱਗੇ ਗਿਣ ਕੇ ਤੇ ਉਹ ਸਾਰੀਆਂ ਠੀਕਰੀਆਂ ਬਣਾਤੀਆਂ ਮਹਾਰਾਜ। ਉਹ ਜਿੰਨੇ ਰੁਪਈਏ ਸੀ, ਜਿੰਨੀਆਂ ਮੋਹਰਾਂ ਸੀ, ਉਹ ਜਦੋਂ ਵੇਖਿਆ ਖੋਲ ਕੇ ਤੇ ਉਹ ਸਾਰੀਆਂ ਠੀਕਰੀਆਂ ਬਣੀਆਂ, ਘੜੇ ਦੀਆਂ ਠੀਕਰੀਆਂ। ਉਹ ਸਾਂਗ ਵਰਤ ਦਿੱਤਾ ਫਿਰ ਛੇਵੇਂ ਪਾਤਸ਼ਾਹ ਨੇ ਉੱਤੇ ਵੀ ਹੁਣ ਕਿਵੇਂ ਕੀਤਾ ਜਾਵੇ। ਘੋੜੇ ਖਰੀਦ ਲਏ ਆ ਤੇ ਹੁਣ ਫਿਰ ਉਹ ਤੰਬੂ ਦੇ ਪਿਛਲੇ ਪਾਸੇ ਹੀ ਨਿਕਲ ਗਏ ਸੀ। ਉਹ ਬਾਹਰ ਬੈਠੇ, ਜਿੰਨਾ ਪੈਸੇ ਲੈਣੇ ਸੀ ਉਹ ਬਾਹਰ ਬੈਠੇ ਡੀਕਦੇ ਰਹੇ, ਹੁਣ ਆਉਂਦੇ ਤੇ ਪਿਛਲੇ ਬੰਨਿਆਂ ਦੀ ਚਲੇ ਗਏ। ਜਦੋਂ ਦੂਜਿਆਂ ਸਿੱਖਾਂ ਨੇ ਵੇਖਿਆ, ਉਹਨਾਂ ਕਿਹਾ ਵੀ ਭਾਈ ਸਾਹਿਬ ਤੇ ਹੈ ਹੀ ਨਹੀਂ ਇੱਥੇ। ਫਿਰ ਉਹਨਾਂ ਨੇ ਉਹ ਵੇਖਿਆ ਜਦੋਂ, ਤੇ ਉਹਨਾਂ ਕਿਹਾ ਵੀ ਪੈਸੇ ਤੇ ਇੱਥੇ ਹੀ ਪਏ। ਉਹ ਵੇਖਿਆ ਤੇ ਪੈਸੇ ਮੋਹਰਾਂ, ਫਿਰ ਉਹਨਾਂ ਨੇ ਗਿਣ ਕੇ ਸਾਰੇ ਉਹਨਾਂ ਨੂੰ ਦੇ ਦਿੱਤੇ। ਭਾਈ ਸਾਹਿਬ ਜੀ ਸੋਚਦੇ ਆ ਵੀ ਮਹਾਰਾਜ ਸਾਹਿਬ ਜੀ ਨੇ ਵੇਖੋ ਪੈਸਿਆਂ ਦੀ ਥਾਂ ਤੇ ਠੀਕਰੀਆਂ ਭੇਜ ਦਿੱਤੀਆਂ, ਵੀ ਇਹ ਤੇ ਐਸੇ ਲੋਕ ਇੱਧਰ ਦੇ ਹੁਣ ਜੇ ਨਾ ਪੈਸੇ ਦਿੱਤੇ ਤੇ ਮੈਨੂੰ ਫੜ ਕੇ ਦੁੱਖ ਦੇਣਗੇ। ਫਿਰ ਉੱਥੋਂ ਇੱਧਰ ਨਹੀਂ ਆਏ, ਫਿਰ ਕਾਂਸ਼ੀ ਵੱਲ ਨੂੰ ਚਲੇ ਗਏ ਸੀ। ਵੀ ਉੱਥੇ ਜਾ ਕੇ ਫਿਰ ਸਿੱਖੀ ਦਾ ਹੀ ਪ੍ਰਚਾਰ ਪ੍ਰਸਾਰ ਕਰਦੇ ਰਹੇ। ਫਿਰ ਕਿੰਨਾ ਚਿਰ ਵਿਛੋੜਾ ਪਿਆ ਰਿਹਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ, ਪਰ ਅੰਦਰੋਂ ਅੰਦਰੀ ਵਿਛੋੜੇ ਦੇ ਦੁੱਖ ਵਿੱਚ ਤੜਫਦੇ ਰਹੇ। ਇੱਕ ਦਿਨ ਹਰ ਵੇਲੇ ਧਿਆਨ ਤਾਂ ਛੇਵੇਂ ਪਾਤਸ਼ਾਹ ਦਾ ਹੀ ਰਹਿੰਦਾ ਸੀ। ਬੇਨਤੀਆਂ ਵੀ ਕਰਦੇ ਰਹੇ ਵੀ ਮਹਾਰਾਜ ਮੈਂ ਭੁੱਲ ਗਿਆ, ਮੇਰੇ ਤੋਂ ਭੁੱਲ ਹੋ ਗਈ, ਹੁਣ ਮੈਂ ਆਪ ਜੀ ਤੋਂ ਵਿਛੜ ਗਿਆ, ਤੇ ਕਿਰਪਾ ਕਰੋ ਕੋਈ ਬਹਾਨਾ ਬਣਾਓ, ਮੈਨੂੰ ਆਪਣੇ ਦਰਸ਼ਨ ਦਿਓ, ਆਪਣੇ ਚਰਨਾਂ ਵਿੱਚ ਸੱਦੋ। ਇੱਕ ਦਿਨ ਸੁੱਤੇ ਪਿਆ ਸੁਪਨਾ ਵੀ ਆਇਆ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੋਏ ਕਾਂਸ਼ੀ ਦੇ ਵਿੱਚ, ਭਾਈ ਗੁਰਦਾਸ ਸਾਹਿਬ ਜੀ। ਜਦੋਂ ਸੁਪਨਾ ਆਇਆ ਤੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਸੀ, ਬੜਾ ਆਨੰਦ ਬਣਿਆ। ਇੰਨੇ ਚਿਰ ਨੂੰ ਅੰਮ੍ਰਿਤ ਵੇਲਾ ਹੋਇਆ ਤੇ ਉਹ ਵਵੀਆ ਬੋਲ ਪਿਆ, ਬਾਵੀ ਹਾਏ ਅੰਮ੍ਰਿਤ ਵੇਲਾ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੈ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰੋ। ਅੰਮ੍ਰਿਤ ਵੇਲੇ ਜਦੋਂ ਉਹਨੇ ਪ੍ਰਯੋ ਕੀਤਾ ਤੇ ਭਾਈ ਸਾਹਿਬ ਦੇ ਕੰਨਾਂ 'ਚ ਆਵਾਜ਼ ਪਾਈ ਵਵੀਏ ਦੀ,
ਤੇ ਉਹ ਅੱਖ ਉਗੜ ਗਈ। ਤੇ ਫਿਰ ਬੜੇ ਵਿਆਕੁਲ ਹੋਏ ਵੀ ਜਿਵੇਂ ਮੱਛੀ ਪਾਣੀ ਤੋਂ ਵਿਛੜ ਕੇ ਤੜਪਦੀ ਹੈ, ਇਸ ਤਰ੍ਹਾਂ ਪਿਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਸੀ। ਆ ਪਪੀਹਾ ਬੋਲਣ ਦੇ ਕਰਕੇ ਹੁਣ ਨੀਂਦ ਉਗੜ ਗਈ ਤੇ ਸੁਪਨਾ ਬੰਦ ਹੋ ਗਿਆ, ਮਹਾਰਾਜ ਦੇ ਦਰਸ਼ਨ ਨਹੀਂ ਹੋ ਗਏ। ਉਸ ਬੇਬਲਤਾ ਦੇ ਵਿੱਚ ਫਿਰ ਇੱਕ ਬਚਨ ਉਚਾਰਿਆ ਸੀ ਜੋ ਗੁਰਪੁਰਬਾਂ ਦੇ ਉੱਤੇ ਗੁਰੂ ਘਰ ਦੇ ਕੀਰਤਨੀਏ ਪੜ੍ਹਦੇ, ਚਾਤ੍ਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਮੀਨ ਗਤ ਬਿਰਹਿ ਜਗਾਏ ਹੈ। ਜਿਸ ਵਿੱਚੋਂ ਵਾਰ-ਵਾਰ ਟੇਕ ਇਹ ਰੱਖ ਕੇ ਗੁਰੂ ਘਰ ਦੇ ਕੀਰਤਨੀਏ ਪੜ੍ਹਦੇ ਆ ਵੀ ਆਜ ਮੋਰੇ ਆਏ ਹੈ, ਆਜ ਮੋਰੇ ਆਏ। ਵੀ ਅੱਜ ਮੇਰੇ ਹਿਰਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਸੁਪਨੇ 'ਚ ਦਰਸ਼ਨ ਦੇਣ ਵਾਸਤੇ ਆਏ ਸੀ, ਪਰ ਚਾਤ੍ਰਿਕ ਬੋਲ ਪਿਆ, ਸੁਪਨ ਚਰਿਤਰ ਚਿੱਤਰ ਬਾਣਕ ਬਾਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ। ਅੱਜ ਉਹ ਸੁਪਨੇ ਦੇ ਵਿੱਚ ਮਹਾਰਾਜ ਸਾਹਿਬ ਜੀ ਆਏ ਸੀ, ਜਿਨ੍ਹਾਂ ਦੇ ਅਸਚਰਜ ਚਰਿੱਤਰ ਕੌਤਕ ਗੁਰੂ ਹਰਗੋਬਿੰਦ ਸਾਹਿਬ ਨੇ। ਵਰਸ਼ਾਪ ਚਾਤ੍ਰਿਕ ਬੋਲਿਆ, ਉਹਦੀ ਆਵਾਜ਼ ਸੁਣ ਕਰਕੇ ਅੱਖੀਆਂ ਉਗੜ ਗਈਆਂ। ਚਾਤ੍ਰਿਕ ਸ਼ਬਦ ਸੁਣ ਅੱਖੀਆਂ ਉਗੜ ਗਈ। ਹੁਣ ਹਾਲਤ ਕਿਹੋ ਜਿਹੀ ਹੋਈ, ਭਈ ਗਤ, ਭਈ ਜਲ ਮੀਨ ਗਤ, ਜਿਵੇਂ ਜਲ ਤੋਂ ਵਿਛੜ ਕੇ ਮੀਨ ਮੱਛੀ ਦੀ ਹਾਲਤ ਹੁੰਦੀ ਹੈ, ਉਹ ਹਾਲਤ ਮੇਰੀ ਹੋਈ। ਹੁਣ ਮੈਂ ਤੜਫ ਰਿਹਾ ਮਹਾਰਾਜ ਦੇ ਵਿਛੋੜੇ ਦੇ। ਅੰਤਰਜਾਮੀ ਸਤਿਗੁਰਾਂ ਨੇ ਵੇਖਿਆ ਕਿ ਹੁਣ ਭਾਈ ਗੁਰਦਾਸ ਸਾਹਿਬ ਜੀ ਦਾ ਹੰਕਾਰ ਟੁੱਟ ਗਿਆ, ਜਿਹੜਾ ਥੋੜਾ ਬਹੁਤਾ ਹੈ ਸੀ ਨਾ ਅੰਦਰ ਹੰਕਾਰ, ਸੂਖਮ ਹੰਕਾਰ। ਕਿਉਂਕਿ ਹੰਕਾਰ ਟੁੱਟਣਾ ਇਹ ਛੇਤੀ ਨਹੀਂ ਟੁੱਟਦਾ, ਹਉਮੈ ਛੇਤੀ ਨਹੀਂ ਨਿਵਰਤ ਹੁੰਦੀ। ਮਹਾਰਾਜ ਨੇ ਦਰਸਾਇਆ ਇਹ ਬਣੀ ਰਹਿੰਦੀ ਹੈ, ਇਹ ਤਾਂ ਮੋਟੀ ਮੋਟੀ ਨਹੀਂ ਜਾਂਦੀ, ਦੂਰ ਹੁੰਦੀ ਆ ਹਉਮੈ, ਤੇ ਸੂਖਮ ਤਾਂ ਕਿੱਥੋਂ ਛੇਤੀ ਜਾਣੀ। ਇਹ ਤਾਂ ਗੁਰੂ ਸਾਹਿਬ ਕਿਰਪਾ ਕਰਨ ਤੇ ਤਾਂ ਹੀ ਅੰਦਰੋਂ ਇਹਦੀ ਜੜ ਵੱਢਣ। ਤਾਂ ਸਤਿਗੁਰੂ ਜੀ ਨੇ ਵੇਖਿਆ ਵੀ ਹੁਣ ਭਾਈ ਸਾਹਿਬ ਜੀ ਦਾ ਚਿੱਤ ਨਿਰਮਲ ਹੋ ਗਿਆ, ਹੁਣ ਤਰਲੇ ਪਾ ਰਹੇ, ਬੇਨਤੀਆਂ ਕਰ ਲੈ। ਫਿਰ ਹੁਕਮਨਾਮਾ ਲਿਖ ਕੇ ਭੇਜਿਆ ਤੇ ਉਹਦੇ 'ਚ ਲਿਖਿਆ ਵੀ ਸਾਡਾ ਚੋਰ ਆਇਆ ਇੱਥੇ, ਉਹਦੀਆਂ ਮੁਸ਼ਕਾਂ ਬੰਨ੍ਹ ਕੇ ਸਾਡੇ ਪੇਸ਼ ਕਰੋ, ਵੀ ਬਾਹਾਂ ਬੰਨ੍ਹ ਕੇ ਲਿਆਓ ਸਾਡੇ ਕੋਲ। ਇਹ ਵੀ ਮਹਾਰਾਜ ਦਾ ਕੌਤਕ ਹੀ ਸੀ। ਹੁਣ ਉੱਥੋਂ ਦਾ ਜਿਹੜਾ ਕਾਂਸ਼ੀ ਦਾ ਰਾਜਾ, ਉਹ ਵੀ ਸੇਵਕ ਬਣ ਚੁੱਕਿਆ ਸੀ ਭਾਈ ਗੁਰਦਾਸ ਸਾਹਿਬ ਜੀ ਦਾ, ਉਹ ਵੀ ਸੇਵਕ ਬਣ ਗਿਆ। ਹੋਰ ਸੰਗਤਾਂ ਵੀ ਸੇਵਕ ਬਣ ਗਈਆਂ। ਵੱਡੇ ਵੱਡੇ ਪੰਡਤਾਂ ਨੇ ਚਰਚਾ ਕੀਤੀ ਤੇ ਗੁਰੂ ਘਰ ਦਾ ਸਿਧਾਂਤ ਦੱਸਦਾ ਸੀ ਕਿ ਉਹਨਾਂ ਪੰਡਤਾਂ ਨੂੰ, ਵਿਦਵਾਨਾਂ ਨੂੰ, ਵੇਦ ਸ਼ਾਸਤਰ ਸਿਮਰਤੀਆਂ ਪੜ੍ਹਨ ਵਾਲਿਆਂ ਨੂੰ ਵੀ, ਖਟ ਸ਼ਾਸਤਰੀਆਂ ਨੂੰ ਵੀ ਨਿਰੁੱਤਰ ਕਰ ਦਿੱਤਾ। ਉਹ ਵੀ ਭਾਈ ਸਾਹਿਬ ਜੀ ਦੇ ਪ੍ਰੇਮੀ ਬਣ ਗਏ। ਰਾਜਾ ਵੀ ਸੇਵਕ ਬਣ ਗਿਆ। ਜਦੋਂ ਲਿਖਿਆ ਵਾ ਹੁਕਮਨਾਮੇ ਦੇ ਵਿੱਚ, ਚਿੱਠੀ ਦੇ ਵਿੱਚ ਵੀ ਸਾਡਾ ਭਾਈ ਗੁਰਦਾਸ ਨਾਮ ਦਾ ਚੋਰ ਆਇਆ ਇੱਥੇ, ਉਹਦੀਆਂ ਮੁਸ਼ਕਾਂ ਮੰਨ ਕੇ ਸਾਡੇ ਕੋਲੇ ਲੈ ਕੇ ਆਓ। ਜਦੋਂ ਇਹ ਚਿੱਠੀ ਪਹੁੰਚੀ ਰਾਜੇ ਦੇ ਸਭਾ ਦੇ ਵਿੱਚ ਸੁਣਾਈ ਗਈ, ਰਾਜੇ ਨੇ ਆਖਿਆ ਵੀ ਪਤਾ ਕਰੋ ਕੌਣ ਇੱਥੇ ਆਇਆ ਭਾਈ ਗੁਰਦਾਸ ਨਾਮ ਦਾ ਚੋਰ। ਕਹਿੰਦੇ ਜੀ ਇੱਥੇ ਤਾਂ ਕੋਈ ਨਹੀਂ ਆਇਆ। ਫਿਰ ਆਪ ਹੀ ਭਾਈ ਸਾਹਿਬ ਜੀ ਨੇ ਆਖਿਆ, ਰਾਜੇ ਨੂੰ ਆਖਿਆ ਮੈਂ ਹੀ ਹਾਂ ਗੁਰੂ ਸਾਹਿਬ ਜੀ ਦਾ ਚੋਰ। ਉਹਨੇ ਆਖਿਆ ਨਹੀਂ ਜੀ, ਤੁਸੀਂ ਤੇ ਸਾਡੇ ਪੂਜਨੀਕ ਹੋ, ਸਤਿਕਾਰਯੋਗ, ਤੁਸੀਂ ਤੇ ਸਾਨੂੰ ਇਹ ਸਿੱਖੀ ਦੀ ਸਮਝ ਦਿੱਤੀ ਹੈ। ਭਾਈ ਸਾਹਿਬ ਕਹਿੰਦੇ ਠੀਕ ਆ, ਮੈਂ ਤੁਹਾਡਾ ਸਤਿਕਾਰਯੋਗ ਹਾਂ, ਪਰ ਮੈਂ ਹੀ ਆਇਆ ਵਾ ਉਧਰੋਂ ਘੋੜੇ ਖਰੀਦਣ, ਮਹਾਰਾਜ ਨੇ ਮੈਨੂੰ ਭੇਜਿਆ ਸੀ, ਮੈਂ ਹੀ ਭੱਜ ਕੇ ਆਇਆ। ਇਸ ਕਰਕੇ ਮੈਂ ਹੀ ਚੋਰ ਹਾਂ ਤੇ ਮੇਰੀਆਂ ਬੰਨੋ ਮੁਸ਼ਕਾਂ ਦੇ ਲੈ ਕੇ ਜਾਓ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ। ਫਿਰ ਕੋਈ ਬੰਨਣ ਵਾਸਤੇ ਤਿਆਰ ਨਾ ਹੋਵੇ, ਉਹ ਕਹਿੰਦੇ ਜੀ ਅਸੀਂ ਕਿਵੇਂ ਬੰਨੀਏ ਤੁਹਾਨੂੰ, ਕਿਉਂਕਿ ਭਾਈ ਸਾਹਿਬ ਜੀ ਦੀ ਸ਼ਖਸੀਅਤ ਹੀ ਐਸੀ ਮਹਾਨ, ਐਸਾ ਨਾਮ ਬਾਣੀ ਨਾਲ ਸੰਗਤਾਂ ਨੂੰ ਜੋੜਿਆ, ਐਸਾ ਸਿੱਖੀ ਨਾਲ ਜੋੜਿਆ। ਫਿਰ ਸਾਰੇ ਰਾਜਾ ਵੀ ਚੱਲਿਆ, ਕਾਂਸ਼ੀ ਦੀ ਸੰਗਤ ਵੀ ਚੱਲੀ ਤੇ ਆਏ। ਜਦੋਂ ਅੰਮ੍ਰਿਤਸਰ ਸਾਹਿਬ ਦੇ ਨੇੜੇ ਆਏ, ਭਾਈ ਸਾਹਿਬ ਨੇ ਆਖਿਆ ਹੁਣ ਤਾਂ ਬੰਨ ਲਓ, ਮਹਾਰਾਜ ਦਾ ਬਚਨ ਵਾ, ਤੁਸੀਂ ਨਹੀਂ ਬੰਨਣਾ ਚਾਹੁੰਦੇ ਪਰ ਮੈਂ ਕਹਿੰਦਾ ਵਾਂ। ਫਿਰ ਭਾਈ ਸਾਹਿਬ ਨੇ ਆਪ ਆਪਣੀਆਂ ਮੁਸ਼ਕਾਂ ਬਣਾਈਆਂ। ਫਿਰ ਮਹਾਰਾਜ ਸਾਹਿਬ ਜੀ ਦੇ ਪਾਸ ਉਹ ਲੈ ਕੇ ਗਏ, ਕਹਿੰਦੇ ਵੀ ਮਹਾਰਾਜ ਦਾ ਹੁਕਮ ਆ, ਉਹ ਮੈਂ ਤਾਂ ਹੀ ਬਖਸ਼ਿਆ ਜਾਣਾ ਜੇ ਪੂਰਾ ਕਰੋਗੇ। ਫਿਰ ਪਿੱਛੇ ਬਾਹਾਂ ਬੰਨੀਆਂ। ਸ੍ਰੀ ਅਕਾਲ ਤਖਤ ਸਾਹਿਬ ਮਹਾਰਾਜ ਸੋਭਨੀਕ ਸੀ ਗੁਰੂ ਹਰਗੋਬਿੰਦ ਸਾਹਿਬ। ਤਾਂ ਉਸ ਵੇਲੇ ਭਾਈ ਸਾਹਿਬ ਨੂੰ ਪੇਸ਼ ਕੀਤਾ। ਮਹਾਰਾਜ ਕਹਿਣ ਲੱਗੇ ਬਾਹਾਂ ਖੋਲ ਦਿਓ, ਤੇ ਖੋਲ ਦਿੱਤੀਆਂ। ਤੇ ਰਾਜੇ ਨੇ ਵੀ ਨਮਸਕਾਰ ਕੀਤੀ, ਕਾਂਸ਼ੀ ਦੀ ਆਈ ਹੋਈ ਸੰਗਤ ਨੇ ਵੀ, ਹੋਰ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੀ ਸ੍ਰੀ ਅਕਾਲ ਤਖਤ ਸਾਹਿਬ। ਆਪਾਂ ਵਿਚਾਰ ਇਹ ਕਰ ਰਹੇ ਹਾਂ ਕਿ ਗੁਰੂ ਕੀ ਬਾਣੀ ਦਾ ਜਿਹੜਾ ਬੋਧ ਹੈ, ਗਿਆਨ ਹੈ, ਬੜਾ ਡੂੰਘਾ ਹੈ।
ਜਿਵੇਂ ਮੱਛੀ ਤਾਰੀਆਂ ਲਾ ਸਕਦੀ ਸਾਗਰ ਦੇ ਵਿੱਚ ਅੰਤ ਨਹੀਂ ਲੈ ਸਕਦੀ, ਜਿਵੇਂ ਪੰਛੀ ਉਡਾਰੀਆਂ ਲਾ ਸਕਦਾ ਆਕਾਸ਼ ਵਿੱਚ ਅੰਤ ਨਹੀਂ ਲੈ ਸਕਦਾ। ਇਹ ਗੱਲ ਭਾਈ ਗੁਰਦਾਸ ਸਾਹਿਬ ਜੀ ਨੇ ਦੱਸੀ ਵੀ ਗੁਰੂ का जो ज्ञान है, गुरु की जो बाणी है, ये पढ़ सुन के विचार के उपदेश धारण करके आनंद माणिया जा सकता। दातां सारियां प्राप्त हो जांदियां पर गुरु की बाणी का अंत नहीं कोई। महाराज छेवें पातशाह कहंदे भी दसो भाई गुरदास जी भी जे गुरु सांग वरते तो सिख सिदक हारदा कि नहीं हारदा? ते हुण ते सारा कोई पता लग गया सी। ते फिर आखिया भी जे गुरु सांग वरते तो सिख विचारा की कर सकता। फिर एक होर पौड़ी उचारी सी भी सिख नहीं कुछ भी कर सकता। सिख का सिदक तां ही कायम रह सकता जे सतगुरु कृपा करके रखाउण ते सतगुरां दी कृपा होवे। महाराज कहंदे भाई गुरदास साहब जी बोलो कुछ कहो। ते भाई साहब कहंदे महाराज मैं की बोला। फिर एक बचन उचारिया कहंदे जो गर्भ बहु बूंद चेतंतर सन्मुख सिंध शोभ नहीं पावै। जो बहु उडै खग धार महाबल पेख आकाश हृदय सुख चावै। ज्यों ब्रह्मांड प्रचंड बिलोकत गूलर जंत उडंत लजावै। ये तीन पंक्तियां कह के कहन लगे तू करता हम किए तिहारे जे। तू करता हम किए तिहारे जी। 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 तो पह बोलन क्यों बन आवे। 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 श्री अकाल तख्त साहिब दे सिरजनहार सतगुरु हरगोबिंद साहिब महाराज श्री अकाल तख्त साहिब ते सोभनीक ते कहंदे भाई गुरदास साहिब जी बोलो कुछ। कहंदे महाराज तुसीं पैदा करन वाले हो, साडे करता हो, असीं तुहाडे पैदा कीते आ ते आप जी दे सामने की बोल सकदे आ। साडी की हस्ती है आप जी दे सामने बोलन दी। तू करता हम कीए तिहारे जी। असीं आप जी दे पैदा कीते होए हां जी। तो पह बोलन क्यों बन आवे। आप जी दे पास आप जी दे सामने महाराज की बोल सकते हैं। साडी हालत तो इस तरह की है जिवें एक समुंदर के सामने निक्की जी बूंद हंकार कर बैठे। महाराज मेरी तो इस तरह की हालत हुई है। तुसीं समुंदर हो ते महाराज मैं बूंद हाँ ते बूंद भी समुंदर के विचों पैदा हुई है ते समुंदर चों निकल के वखरी हो के ते समुंदर नाल ही मत्था ला के बह जावे ते समुंदर के सामने हंकार करन लग पवे। एक बूंद की की हस्ती है समुंदर के सामने। जो गर्भ बहु बूंद चेतंतर सन्मुख सिंध शोभ नहीं पावे। समुंदर के सामने शोभा नहीं पाउंदी जे हंकार करे एक निक्की जी बूंद। एक कणी समुंदर के सामने हंकार करी जावे शोभदी नहीं है। जो बह उडे खग धार महाबल। खग कहिए पंछी बड़ा जोर ला के जी आकाश विच उडारियां लावे। पेख आकाश हृदय सुख चावे। पर आकाश की विशालता वेख के आकाश का वड्डापुणा वेख के पंछी नूं संकोचना ही पवेगा, थल्ले बहना ही पवेगा, उतरना ही पवेगा कि जिन्नियां मर्जी उडारियां लाला नहीं अंत होना। ज्यों ब्रह्मांड प्रचंड बिलोकत
ਗੂਲਰ ਜੰਤ ਉਡੰਤ ਲਿਜਾਵੇ, ਜਿਵੇਂ ਬੋਹੜ ਦਾ ਦਰਖਤ ਹੁੰਦਾ ਇਸੇ ਤਰ੍ਹਾਂ ਦਾ ਗੂਲਰ ਦਾ ਦਰਖਤ ਹੁੰਦਾ। ਜਿਵੇਂ ਬੋਹੜ ਦੀਆਂ ਗੋਲਾਂ ਹੁੰਦੀਆਂ ਇਸ ਤਰ੍ਹਾਂ ਦੇ ਉਹਦੇ ਬੀਜ ਹੁੰਦੇ ਆ, ਤੇ ਉਸ ਬੀਜ ਦੇ ਵਿੱਚ ਇੱਕ ਛੋਟਾ ਜਿਹਾ ਜੰਤੂ ਰਹਿੰਦਾ। ਉਹ ਨਾ ਉਸ ਬੀਜ ਨੂੰ ਹੀ ਬ੍ਰਹਿਮੰਡ ਮੰਨ ਕੇ ਉਹਦੇ 'ਚੋਂ ਉਡਾਰੀਆਂ ਲਾਉਂਦਾ ਰਹਿੰਦਾ। ਛੋਟੇ ਜਿਹੇ ਉਹ ਵਿੱਚੋਂ ਖਾਲੀ ਹੁੰਦਾ, ਉਹ ਜਿਹੜਾ ਬੀਜ ਹੈ ਉਹਦੇ ਵਿੱਚ ਉਹ ਵਿੱਚ ਹੀ ਪੈਦਾ ਹੁੰਦਾ। ਉਹ ਨਿੱਕਾ ਜਿਹਾ ਜੰਤ ਦੇ ਵਿੱਚ ਹੀ ਉੱਡਦਾ ਰਹਿੰਦਾ। ਤੇ ਜਦੋਂ ਕਿਤੇ ਉਹ ਫਲ ਟੁੱਟ ਜਾਂਦਾ ਤੇ ਆਹ ਵੱਡੇ ਬ੍ਰਹਿਮੰਡ ਵਿੱਚ ਉੱਡਦਾ ਨਾ, ਉਹ ਇਹਨੂੰ ਵੇਖ ਕਰਕੇ ਤੇ ਹੈਰਾਨ ਹੋ ਜਾਂਦਾ ਵੀ ਮੈਂ ਤੇ ਉਹ ਨਿੱਕੇ ਜਿਹੇ ਫਲ ਨੂੰ ਬ੍ਰਹਿਮੰਡ ਵੇਖ ਮੰਨੀ ਬੈਠਾ ਸੀ, ਆਹ ਤੇ ਬੜਾ ਤਗੜਾ। ਜਿਉਂ ਬ੍ਰਹਿਮੰਡ ਪ੍ਰਚੰਡ ਬਿਲੋਕਤ, ਗੂਲਰ ਜੰਤ ਉਡੰਤ ਲਿਜਾਵੇ। ਫਿਰ ਉੱਡਦਾ ਹੋਇਆ ਲੱਜਿਆ ਸਹਿਤ ਹੁੰਦਾ, ਸ਼ਰਮਸਾਰ ਹੁੰਦਾ। ਭਾਈ ਸਾਹਿਬ ਕਹਿੰਦੇ ਮਹਾਰਾਜ ਮੇਰੀ ਇਸ ਤਰ੍ਹਾਂ ਦੀ ਹਾਲਤ ਆ। तो गुरु की जो बाणी है, गुरु का जो ज्ञान है, वो महान तो महान है। साध संगत जी, ਤਾਂ ਸਤਿਗੁਰੂ ਸਾਹਿਬ ਜੀ ਨੂੰ ਇਹ ਸਿੱਧਾਂ ਨੇ ਪਿਛਲੀਆਂ ਪੌੜੀਆਂ ਦੇ ਵਿੱਚ ਗੁਰਮੁਖ ਦੀ ਵਿਚਾਰ ਚੱਲੀ। ਜੋ ਗੁਰਮੁਖ ਸਿੱਧ ਸੀ, ਜੋ ਮੰਗਲਨਾਥ ਵਰਗੇ, ਗੋਪੀ ਚੰਦ ਭਰਥਰੀ ਜੋਗੀ ਵਰਗੇ, ਉਹਨਾਂ ਨੇ ਗੁਰਮੁਖਤਾਈ ਦੇ ਗੁਣ ਮਹਾਰਾਜ ਸਾਹਿਬ ਜੀ ਤੋਂ ਪੁੱਛੇ। ਤੇ ਸਤਿਗੁਰੂ ਗਰੀਬ ਨਵਾਜ ਨੇ ਕਈਆਂ ਪੌੜੀਆਂ ਦੇ ਵਿੱਚ ਗੁਰਮੁਖ ਦੀ ਵਿਆਖਿਆ ਕੀਤੀ। ਫਿਰ ਬਾਕੀ ਸਾਰੇ ਸਿੱਧ ਆ ਗਏ, ਔਰ ਬਾਕੀ ਸਿੱਧ ਫਿਰ ਜਿਹੜੇ ਝਗੜਾਲੂ ਸਿੱਧ ਸੀ, ਮਹਾਰਾਜ ਦੇ ਨਾਲ ਝਗੜਾ ਵੀ ਕਰ ਲੈਂਦੇ ਸਨ। ਬਹੁਤ ਉਹਨਾਂ ਨੂੰ ਮਾਣ ਹੰਕਾਰ ਵੀ ਸੀ ਆਪਣੀ ਜਪ ਤਪ ਦਾ, ਆਪਣੀਆਂ ਰਿੱਧੀਆਂ ਸਿੱਧੀਆਂ ਦਾ। ਤੇ ਉਹ ਸਲਾਹ ਕਰਕੇ ਆਏ, ਨਾਲੇ ਜਲ ਪਾਣੀ ਛਕ ਆਏ ਤੇ ਨਾਲੇ ਸਲਾਹ ਕਰਕੇ ਆਏ ਕਿ ਆਪਾਂ ਕਿਹੜੇ ਕਿਹੜੇ ਸਵਾਲ ਕਰਨੇ ਗੁਰੂ ਸਾਹਿਬ ਦੇ, ਕਿ ਆਪਣੇ ਇਹ ਮਹਿੰਗੇ ਔਖੇ ਸਵਾਲਾਂ ਦੇ ਜਿਨ੍ਹਾਂ ਦੇ ਉੱਤਰ ਨਾ ਦੇ ਸਕਣ। ਫਿਰ ਇਹ ਸਵਾਲ ਕੀਤੇ ਉਹਨਾਂ ਨੇ 43ਵੀਂ ਪੌੜੀ 'ਚ। ਜਿਵੇਂ ਸਿੱਧ ਸਵਾਲ ਕਰਦੇ ਆ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਕਵਣ ਮੂਲ ਕਵਣ ਮਤ ਵੇਲਾ। ਸਿੱਧਾਂ ਨੇ ਆਖਿਆ ਜੀ ਇਹ ਜੀਵਨ ਦਾ ਮੂਲ ਕੀ ਹੈ? ਕਵਣ ਮੂਲ, ਇਹ ਸ੍ਰਿਸ਼ਟੀ ਦਾ ਮੂਲ ਕੀ ਹੈ, ਮੁੱਢ ਕੀ ਹੈ? ਇਹ ਜ਼ਿੰਦਗੀ ਦਾ ਮੂਲ ਕੀ ਹੈ? ਇਹ ਸਰੀਰ ਦਾ ਮੂਲ ਮੁੱਢ ਕੀ ਹੈ? ਕਵਣ ਮਤ ਵੇਲਾ। ਤੇ ਇਹ ਵੇਲਾ ਜਿਹੜਾ ਵਾ ਇਹ ਕਵਣ ਮਤ, ਕਿਹੜੀ ਮਤ ਲੈਣ ਦਾ ਵੇਲਾ? ਵੇਲਾ ਨਾਮ ਸਮੇਂ ਦਾ, ਜਿਵੇਂ ਵੇਲਾ ਵੀ ਕਹਿ ਦਿੰਦੇ, ਵਕਤ ਵੀ ਕਹਿ ਦਿੰਦੇ। ਜਪਜੀ ਸਾਹਿਬ 'ਚ ਦੋਵੇਂ ਆਉਂਦਾ। ਇਹ ਦਿਨ ਸਨਾਤਨ ਮਤ ਦੇ ਵਿੱਚ ਵੇਲਾ ਕਹਿ ਦਿੰਦੇ, ਉਹਦੇ ਇਸਲਾਮ ਮਤ ਦੇ ਵਿੱਚ ਉਹ ਵਕਤ ਕਹਿ ਦਿੰਦੇ। ਕਵਣ ਮਤ ਵੇਲਾ, ਤੇ ਕਿਹੜੀ ਮਤ ਲੈਣ ਦਾ ਵੇਲਾ? ਮਤ ਕਿਹੜੀ ਲੈਣੀ ਚਾਹੀਦੀ ਹੈ? ਇਹ ਜੋ ਮਨੁੱਖਾ ਜਨਮ ਦਾ ਸਮਾਂ ਹੈ, ਇਹ ਵੇਲਾ ਕਿਹੜੀ ਮਤ ਲੈਣ ਦਾ ਹੈ? ਤੇ ਜੀਵਨ ਦਾ ਮੂਲ ਕੀ ਹੈ? ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਫਿਰ ਕਹਿੰਦੇ ਆ ਸ੍ਰੀ ਨਾਨਕ ਜੀ, ਸ੍ਰੀ ਨਾਨਕ ਤਪਾ ਜੀ ਇਹ ਵੀ ਦੱਸੋ ਤੇਰਾ ਕਵਣ ਗੁਰੂ, ਤੇਰਾ ਗੁਰੂ ਕੌਣ ਹੈ? ਆਖਰ ਤੁਸੀਂ ਵੀ ਤਾਂ ਗੁਰੂ ਵਾਲੇ ਹੋ, ਤੇ ਤੁਹਾਡਾ ਗੁਰੂ ਕੌਣ ਹੈ? ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਜਿਸ ਦਾ ਤੂੰ ਚੇਲਾ ਬਣਿਆ। ਆਖਰ ਤੁਸੀਂ ਵੀ ਕਿਸੇ ਦੇ ਚੇਲੇ ਬਣੇ ਹੋ, ਤੇ ਕਿਹਦਾ ਤੂੰ ਚੇਲਾ ਹੈ? ਤੇ ਤੇਰਾ ਗੁਰੂ ਕੌਣ ਹੈ? ਕਵਣ ਕਥਾ ਲੈ ਰਹੋ ਨਿਰਾਲੇ। ਤੇ ਕਿਹੜੀ ਕਥਾ ਤੁਸੀਂ ਪ੍ਰਾਪਤ ਕੀਤੀ ਹੈ? ਕਵਣ ਕਥਾ ਲੈ, ਕਿਹੜੀ ਕਥਾ ਲਈ ਹੈ ਤੁਸੀਂ? ਕਿਹੜੀ ਕਥਾ ਨੂੰ, ਕਿਹੜੇ ਗਿਆਨ ਨੂੰ ਤੁਸੀਂ ਹਾਸਲ ਕੀਤਾ ਹੈ? ਕਿਹੜੀ ਕਥਾ ਤੁਸੀਂ ਪ੍ਰਾਪਤ ਕੀਤੀ ਹੈ? ਕਿਹੜੀ ਕਥਾ ਤੁਸੀਂ ਸੁਣੀ ਹੈ? ਕਿਸ ਕਥਾ ਨੂੰ ਤੁਸੀਂ ਆਪਣੇ ਅੰਦਰ ਧਾਰਨ ਕਰਕੇ ਤੇ ਸੰਸਾਰ ਦੇ ਇਹ ਸਭ ਤਰ੍ਹਾਂ ਦੇ ਵਿਕਾਰਾਂ ਤੋਂ, ਸੰਸਾਰ ਦੇ ਮੋਹ ਮਮਤਾ ਤੋਂ, ਹੰਗਤਾ ਮਮਤਾ ਤੋਂ, ਇਹ ਸਾਰੇ ਪ੍ਰਕਾਰ ਦੇ ਵਿਕਾਰਾਂ ਤੋਂ ਤੁਸੀਂ ਨਿਰਲੇਪ ਰਹਿੰਦੇ ਹੋ? ਤੁਹਾਡੇ ਉੱਤੇ ਸੰਸਾਰ ਦੇ ਪਦਾਰਥਾਂ ਦਾ ਅਸਰ ਨਹੀਂ ਜੋ ਹੁੰਦਾ, ਜੋ ਇਹ ਪਰਿਵਾਰ ਦਾ, ਸੰਬੰਧੀਆਂ ਦਾ, ਹੋਰ ਸਾਰਾ ਮੋਹ ਮਮਤਾ ਦਾ ਅਸਰ ਨਹੀਂ ਹੁੰਦਾ। ਇਹ ਨਿਰਾਲੇ ਕਿਵੇਂ ਹੋ ਗਏ, ਨਿਰਲੇਪ ਕਿਵੇਂ ਹੋ ਗਏ ਹੋ ਤੁਸੀਂ? ਕਿਹੜੀ ਕਥਾ ਤੁਸੀਂ ਪ੍ਰਾਪਤ ਕੀਤੀ? ਕਿਹੜਾ ਗਿਆਨ ਹਾਸਲ ਕੀਤਾ ਜਿਸ ਕਰਕੇ ਸੰਸਾਰ ਦੇ ਵਿੱਚ ਰਹਿੰਦਿਆਂ
ਸੰਸਾਰ ਦੇ ਪਦਾਰਥ ਤੁਹਾਨੂੰ ਆਪਣੇ ਵਿੱਚ ਮੋਹਿਤ ਨਹੀਂ ਕਰਦੇ। ਤੁਸੀਂ ਨਿਰਾਲੇ ਹੋ ਗਏ ਹੋ, ਤੁਸੀਂ ਨਿਰਲੇਪ ਹੋ ਗਏ ਹੋ। ਕਥਾ ਕਿਹੜੀ ਹੈ? ਕਵਣ ਕਥਾ ਲੇ ਰਹੋ ਨਿਰਾਲੇ। ਹਾਂ, ਕਿਹੜੀ ਕਥਾ ਹੈ ਉਹ ਜਿਸ ਨੂੰ ਤੁਸੀਂ ਲੈ ਪ੍ਰਾਪਤ ਕਰਕੇ ਤੇ ਨਿਰਾਲੇ ਹੋ ਕਰਕੇ ਰਹਿੰਦੇ ਹੋ। ਸੰਸਾਰ ਵਿੱਚ ਰਹਿੰਦੇ ਆ ਨਿਰਲੇਪ ਰਹਿੰਦੇ ਹੋ। ਤੁਸੀਂ ਸੰਸਾਰ ਵਿੱਚ ਖੁੱਭੇ ਹੋਏ ਨਹੀਂ ਹੋ, ਸੰਸਾਰ ਦੇ ਵਿੱਚ ਖਚਤ ਨਹੀਂ ਹੋਏ ਹੋ, ਤੁਸੀਂ ਸੰਸਾਰ ਦੇ ਵਿੱਚ ਮੋਏ ਹੋਏ ਨਹੀਂ ਹੋ। ਸੰਸਾਰ ਦੇ ਪਦਾਰਥ ਤੁਹਾਡੇ ਉੱਤੇ ਆਪਣਾ ਅਸਰ ਨਹੀਂ, ਪ੍ਰਭਾਵ ਨਹੀਂ ਪਾਉਂਦੇ, ਤੁਸੀਂ ਨਿਆਰੇ ਹੋ ਗਏ ਹੋ। ਕਥਾ ਕਿਹੜੀ ਹੈ? ਬੋਲੇ ਨਾਨਕ ਸੁਣਹੁ ਤੁਮ ਬਾਲੇ। ਇਹ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਤੇ ਬਾਬਾ ਲਹਿਣਾ ਜੀ ਦੇ ਬੇਨਤੀ ਕਰਨ ਤੋਂ ਜਦੋਂ ਉਹਨਾਂ ਨੇ ਆਖਿਆ ਸੀ ਮਹਾਰਾਜ ਸਿੱਧਾਂ ਨਾਲ ਜੋ ਗੋਸ਼ਟੀ ਹੋਈ ਉਹ ਦੱਸੋ, ਉਸ ਵੇਲੇ ਮਹਾਰਾਜ ਨੇ ਇਹ ਬਾਣੀ ਉਚਾਰੀ ਸੀ। ਤਾਂ ਸਤਿਗੁਰੂ ਕਹਿੰਦੇ ਆ ਕਿ ਬਾਬਾ ਬੁੱਢਾ ਜੀ, ਭਾਈ ਲਹਿਣਾ ਜੀ, ਬੋਲੇ ਨਾਨਕ ਸੁਣੋ ਤੁਮ ਬਾਲੇ। ਉਸ ਵੇਲੇ ਸਿੱਧ ਬੋਲੇ, ਫਿਰ ਸਿੱਧ ਬੋਲੇ ਤੇ ਉਹ ਸਾਨੂੰ ਬਾਲੇ ਕਹਿ ਕੇ ਉਹਨਾਂ ਨੇ ਸੰਬੋਧਨ ਕੀਤਾ, ਸੁਣੋ ਤੁਮ ਬਾਲੇ। ਉਹ ਕਹਿੰਦੇ ਵੀ ਬਾਲਕਿਆ ਤੂੰ ਸੁਣ, ਸਾਡੀ ਗੱਲ ਸੁਣ। ਕਿਉਂਕਿ ਆਪਣੇ ਆਪ ਨੂੰ ਉਹ ਬਾਪੂ ਹੀ ਸਮਝਦੇ ਸੀ, ਆਪਣੇ ਆਪ ਨੂੰ ਵੱਡੇ ਹੀ ਸਮਝਦੇ ਸੀ, ਮਹਾਰਾਜ ਨੂੰ ਬਾਲਕਾ ਹੀ ਕਹਿੰਦੇ ਸੀ। ਕਿਉਂਕਿ ਉਮਰਾਂ ਬੜੀਆਂ ਵੱਡੀਆਂ ਸੀ ਸਿੱਧਾਂ ਦੀਆਂ, ਵੱਡੀਆਂ ਵੱਡੀਆਂ ਉਮਰਾਂ, 1400 ਸਾਲ, 1500 ਸਾਲ ਸਿੱਧਾਂ ਦੀ ਉਮਰ ਸੀ, ਐਸਾ ਲਿਖਿਆ ਹੋਇਆ। ਯੋਗਾ ਅਭਿਆਸੀ ਸੀ ਤੇ ਇੰਨੀਆਂ ਸਵਾਸਾਂ ਨੂੰ ਰੋਕ ਰੋਕ ਕੇ ਸਵਾਸ ਖਰਚੇ ਹੀ ਨਹੀਂ, ਤੇ ਇਸੇ ਪ੍ਰਕਾਰ ਯੋਗਾ ਅਭਿਆਸ ਕਰਦਿਆਂ ਆ ਸਵਾਸ ਚੜਾ ਕਰਕੇ ਸਮਾਧੀਆਂ ਲਾ ਕੇ ਬੈਠੇ ਰਹਿੰਦੇ ਸਨ। ਤਾਂ ਮਹਾਰਾਜ ਸਾਹਿਬ ਨੂੰ ਤਾਂ ਉਹ ਛੋਟੀ ਜੀ ਉਮਰ ਵਾਲਾ ਕਹਿੰਦੇ ਸੀ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਥਨ ਕੀਤਾ, ਜਦੋਂ ਮਹਾਰਾਜ ਸਾਹਿਬ ਜੀ ਪਹੁੰਚੇ ਨਾ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, 84 ਸਿੱਧ ਗੋਰ ਖਾਦ ਮਨ ਅੰਦਰ ਗਣਤੀ ਵਰਤਾਈ। ਤੇ ਉੱਥੇ ਉਹਨਾਂ ਨੇ ਪੁੱਛਿਆ ਵੀ, ਸਿੱਧ ਪੁੱਛਣ ਸੁਣ ਬਾਲਿਆ, ਕੌਣ ਸ਼ਕਤ ਤੋਹੇ ਇੱਥੇ ਲਿਆਈ। ਉਹਨਾਂ ਬਾਲਿਆ ਕਹਿ ਕੇ ਸੰਬੋਧਨ ਕੀਤਾ, ਵੀ ਬਾਲਕਿਆ ਹੀ ਕਹਿੰਦੇ ਸੀ ਮਹਾਰਾਜ ਸਾਹਿਬ ਨੂੰ, ਕਿ ਸਾਡੇ ਮੁਕਾਬਲੇ ਤੇ ਤੁਹਾਡੀ ਉਮਰ ਬੜੀ ਛੋਟੀ ਹੈ। ਬੋਲੇ ਨਾਨਕ ਸੁਣੋ ਤੁਮ ਬਾਲੇ, ਸਿੱਧ ਬੋਲਦੇ ਆ, ਮਹਾਰਾਜ ਕਹਿੰਦੇ ਉਹ ਸਾਨੂੰ ਕਹਿਣ ਲੱਗੇ ਵੀ ਇਹ ਬਾਲਕਿਆ ਸੁਣ ਤੇ ਇਹਨਾਂ ਗੱਲਾਂ ਦਾ ਉੱਤਰ ਦੇ। ਇਸ ਕਥਾ ਕਾ ਤੇ ਵਿਚਾਰ। ਹਾਂ, ਇਸ ਕਥਾ ਦਾ ਸਾਨੂੰ ਵਿਚਾਰ ਦੇਣਾ ਕਰ। ਜੋ ਅਸੀਂ ਸਵਾਲ ਕੀਤੇ ਇਹਨਾਂ ਸਵਾਲਾਂ ਦਾ ਸਾਨੂੰ ਜਵਾਬ ਦੇਣਾ ਕਰ ਕਿ ਉਹ ਕਿਹੜੀ ਕਥਾ ਹੈ ਜਿਸ ਨੂੰ ਤੂੰ ਪ੍ਰਾਪਤ ਕੀਤਾ, ਜਿਸ ਨੂੰ ਪ੍ਰਾਪਤ ਕਰਕੇ ਤੂੰ ਸੰਸਾਰ ਤੋਂ ਨਿਰਲੇਪ ਹੋ ਗਿਆ ਹੈ, ਸੰਸਾਰ ਤੋਂ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਆਰਾ ਹੋ ਗਿਆ ਹੈ। ਤੇ ਇਸ ਕਥਾ ਦਾ ਸਾਨੂੰ ਵਿਚਾਰ ਦੇਣਾ ਕਰ। ਭਾਵ ਜਲ ਸ਼ਬਦ ਲੰਘਾਵਣ ਹਾਰ। ਫਿਰ ਹੈ ਸ੍ਰੀ ਨਾਨਕ ਤਪਾ, ਸਾਨੂੰ ਇਹ ਵੀ ਉੱਤਰ ਦੇਣਾ ਕਰ ਵੀ ਉਹ ਕਿਹੜਾ ਸ਼ਬਦ ਹੈ ਜਿਹੜਾ ਭਵਜਲ ਤੋਂ ਲੰਘਾਉਣ ਵਾਲਾ ਹੈ, ਸੰਸਾਰ ਭਵਜਲ ਤੋਂ ਪਾਰ ਕਰਨ ਵਾਲਾ ਹੈ। ਉਹ ਸ਼ਬਦ ਕਿਹੜਾ ਹੈ? ਕਿਸ ਸ਼ਬਦ ਦੇ ਵਿੱਚ ਜੁੜ ਕਰਕੇ ਇਸ ਸੰਸਾਰ ਭਵਜਲ ਤੋਂ ਪਾਰ ਲੰਘੀਦਾ ਹੈ, ਤੇ ਕਿਹੜਾ ਸ਼ਬਦ ਹੈ ਜਿਹੜਾ ਸੰਸਾਰ ਭਵਜਲ ਤੋਂ ਪਾਰ ਲੰਘਾਉਣ ਵਾਲਾ ਹੈ? ਇਹ ਸਵਾਲ ਕੀਤੇ ਹਨ ਸਿੱਧਾਂ ਨੇ 43ਵੀਂ ਪੌੜੀ ਦੇ ਵਿੱਚ। ਇਹਨਾਂ ਦੇ ਉੱਤਰ ਅੱਗੇ ਮਹਾਰਾਜ ਸਾਹਿਬ ਜੀ ਅਗਲੀ ਪੌੜੀ ਵਿੱਚ ਦਿੰਦੇ ਹਨ। ਪਵਨ ਆਰੰਭ ਸਤਿਗੁਰ ਮਤ ਵੇਲਾ। ਪਵਨ ਆਰੰਭ, ਮਹਾਰਾਜ ਸਾਹਿਬ ਕਹਿੰਦੇ ਕਿ ਇਹ ਜੋ ਸੰਸਾਰ ਦਾ ਆਰੰਭ ਕੀਤਾ ਹੈ ਨਾ, ਸੰਸਾਰ ਦੀ ਆਰੰਭਤਾ ਕੀਤੀ ਹੈ, ਪਵਨ ਦੇ ਨਾਲ ਆਰੰਭਤਾ ਕੀਤੀ ਹੈ, ਸਵਾਸਾਂ ਦੇ ਨਾਲ, ਹਵਾ ਦੇ ਨਾਲ। ਇਹ ਸਵਾਸਾਂ ਦੇ ਨਾਲ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਸਵਾਸ ਦੇ ਨਾਲ ਹੀ, ਸਵਾਸਾਂ ਦੇ ਨਾਲ ਹੀ ਸਰੀਰ ਸਾਰੇ ਚੱਲਦੇ ਆ। ਕਵਣ ਮੂਲ, ਉਹਨਾਂ ਆਖਿਆ ਸੀ ਕਿਹੜਾ ਮੂਲ ਹੈ? ਮੂਲ ਕੀ ਹੈ ਸਰੀਰ ਦਾ? ਮਹਾਰਾਜ ਸਾਹਿਬ ਜੀ ਕਹਿੰਦੇ ਪਵਨ ਹੈ, ਸਵਾਸ ਹੈ। ਸਵਾਸ ਪਰਮੇਸ਼ਰ ਵਾਹਿਗੁਰੂ ਜੀ ਨੇ ਸਵਾਸ ਦੇ ਨਾਲ ਇਹ ਸ੍ਰਿਸ਼ਟੀ ਦੀ ਆਰੰਭਤਾ ਕੀਤੀ ਹੈ। ਭਾਵੇਂ ਪੰਜਾਂ ਤੱਤਾਂ ਦੇ ਨਾਲ ਇਹ ਸ੍ਰਿਸ਼ਟੀ ਰਚੀ ਹੈ, ਪੰਜਾਂ ਤੱਤਾਂ ਦੇ ਨਾਲ,
ਪਰ ਸਾਰੇ ਸਰੀਰ ਜਿਹੜੇ ਆ, ਸਰੀਰਾਂ ਦਾ ਆਸਰਾ ਜਿਹੜਾ ਉਹ ਸਵਾਸਾਂ ਨੇ ਆਸਰਾ ਦਿੱਤਾ ਹੋਇਆ ਸਰੀਰ ਨੂੰ। ਇਸ ਕਰਕੇ ਗੁਰਬਾਣੀ 'ਚ ਇੱਕ ਸ਼ਬਦ ਆਪਾਂ ਵਾਰ-ਵਾਰ ਪੜ੍ਹਦੇ ਸੁਣਦੇ ਆ, ਮਹਾਰਾਜ ਪ੍ਰਾਣੀ ਕਹਿ ਕੇ ਸੰਬੋਧਨ ਕਰਦੇ। ਪ੍ਰਾਣੀ, ਪ੍ਰਾਣੀ ਕਿਉਂ ਕਹਿੰਦੇ ਗੁਰੂ ਸਾਹਿਬ ਜੀ? ਪ੍ਰਾਣੀ ਇਸੇ ਕਰਕੇ ਕਰਦੇ ਵੀ ਬੰਦਿਆ ਤੂੰ ਪ੍ਰਾਣਾ ਨਾ ਚੱਲਣ ਵਾਲਾ, ਤੇਰੇ ਅੰਦਰ ਪ੍ਰਾਣ ਕੰਮ ਕਰਦੇ। ਤੇ ਜਦੋਂ ਪ੍ਰਾਣ ਨਾ ਰਹਿਣ, ਆਪਾਂ ਕਹਿੰਦੇ ਨਾ ਇਹਦੇ ਪ੍ਰਾਣ ਹੀ ਨਿਕਲ ਗਏ। ਜਾਂ ਜਦੋਂ ਬੰਦਾ ਭੁੱਖ ਲੱਗੀ ਹੋਵੇ ਤੇ ਉਦੋਂ ਕਹਿੰਦਾ ਵਾ ਵੀ ਮੈਨੂੰ ਇੰਨੀ ਭੁੱਖ ਲੱਗੀ, ਮੇਰੇ ਤਾਂ ਪ੍ਰਾਣ ਨਿਕਲਦੇ ਜਾਂਦੇ। ਪ੍ਰਾਣ ਵੀ ਇਹ ਪ੍ਰਾਣਾ ਨਾਲ ਚੱਲਣ ਵਾਲਾ ਸਰੀਰ ਆ, ਸਵਾਸਾਂ ਨਾਲ ਚੱਲਣ ਵਾਲਾ। ਤਾਂ ਮਹਾਰਾਜ ਕਹਿੰਦੇ ਪਵਨ, ਪਵਨ ਨਾਮ ਹੈ ਹਵਾ ਦਾ, ਪਵਨ ਨਾਮ ਹੈ ਪ੍ਰਾਣਾ ਦਾ। ਤਾਂ ਮਹਾਰਾਜ ਕਹਿੰਦੇ ਪਵਨ ਆਰੰਭ, ਇਹ ਸਵਾਸਾਂ ਦੇ ਨਾਲ ਹੀ, ਇਹ ਸਵਾਸ ਹੀ ਸਰੀਰਾਂ ਦਾ ਮੂਲ ਹੈ, ਮੁੱਢ ਹੈ, ਇਹੀ ਮੂਲ ਹੈ। ਇਹ ਮੂਲ ਧਨ ਇਹੀ ਆ, ਮੂਲ ਧਨ ਕਹਿ ਜਾਂਦਾ ਨਾ, ਇਹ ਮੂਲ ਧਨ ਹੀ ਹੈ ਸਵਾਸ ਜਿਹੜੇ। ਇਹ ਵੀ ਇੱਕ ਅਮੋਲਕ ਧਨ ਦਿੱਤਾ ਹੋਇਆ ਪਰਮੇਸ਼ਰ ਨੇ, ਸਵਾਸਾਂ ਦੀ ਪੂੰਜੀ ਦਿੱਤੀ ਹੁੰਦੀ ਹੈ। ਇਹ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਦਿੱਤੀ ਹੋਈ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ ਤੇ ਭਾਈ ਸਾਹਿਬ ਅਰਦਾਸ ਕਰਦੇ ਤਾਂ ਉਸ ਮੌਕੇ ਤੇ ਫਿਰ ਕਹਿੰਦੇ ਆ ਭਾਈ ਅਵਤਾਰ ਸੋਹਣੀ ਵੀ ਜਿੰਨੀ ਮਹਾਰਾਜ ਆਪ ਜੀ ਨੇ ਸਵਾਸਾਂ ਦੀ ਪੂੰਜੀ ਦਿੱਤੀ ਸੀ, ਉਹਨੂੰ ਭੋਗ ਕੇ ਪ੍ਰਾਣੀ ਲੋਕ ਤੋਂ ਪ੍ਰਲੋਕ ਨੂੰ ਚਲੇ ਗਿਆ। ਸਵਾਸਾਂ ਦੀ ਪੂੰਜੀ ਸੀ ਨਾ, ਪੂੰਜੀ ਕਹਿੰਦੇ ਧਨ ਨੂੰ, ਮੂਲ ਨੂੰ। ਇਹ ਮੂਲ ਧਨ ਹੈ, ਇਹ ਸਵਾਸਾਂ ਦੀ ਪੂੰਜੀ ਹੈ। ਇਹ ਸਵਾਸਾਂ ਦੀ ਪੂੰਜੀ ਇੱਕ ਪਰਮੇਸ਼ਰ ਨੇ ਧਨ ਦਿੱਤਾ ਹੋਇਆ, ਅਮੋਲਕ ਧਨ। ਤੇ ਨਾਲੇ ਆਖਿਆ ਵਾ ਵੀ ਇਹ ਸਵਾਸਾਂ ਦੀ ਪੂੰਜੀ ਨੂੰ ਸਫਲਾ ਕਰ। ਇਹ ਰੋਜ਼ ਘਟਦੀ ਜਾਂਦੀ ਆ, ਸਵਾਸ ਤਾਂ ਨਿਕਲੇ ਜਾਂਦੇ। ਚੇਤਨਾ ਹੈ ਤੋ ਚੇਤ ਲੈਨ ਇਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਇਹ ਸਵਾਸ ਸਫਲੇ ਤਾਂ ਹੋਣਗੇ ਜਾਂ ਇੱਕ ਇੱਕ ਦਮ ਦੇ ਉੱਤੇ, ਇੱਕ ਇੱਕ ਸਵਾਸ ਦੇ ਉੱਤੇ ਨਾਮ ਦੀ ਮੋਹਰ ਲੱਗੀ ਜਾਵੇਗੀ। ਜਿਵੇਂ ਕਾਗਜ਼ ਦੇ ਉੱਤੇ ਸਰਕਾਰ ਦੀ ਮੋਹਰ ਲੱਗ ਜਾਂਦੀ ਹੈ ਤੇ ਰੁਪਈਏ ਬਣ ਜਾਂਦੇ ਕਾਗਜ਼ ਦੇ। ਸਵਾਸ ਕੀਮਤੀ ਤਾਂ ਬਣਦੇ ਜੇ ਇਹਦੇ ਨਾਲ ਜਪਿਆ ਜਾਵੇ ਵਾਹਿਗੁਰੂ 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 ਵਾਹਿਗੁਰੂ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਵਿਅਰਥ ਨਾ ਚਲੇ ਜਾਵੇ ਦਮ, ਸਵਾਸ ਖਾਲੀ ਨਾ ਚਲੇ ਜਾਵੇ, ਐਵੇਂ ਨਾ ਲੰਘ ਜਾਵੇ। ਤਾਂ ਮਹਾਰਾਜ ਕਹਿੰਦੇ ਪਵਨ, ਇਹ ਸਵਾਸਾਂ ਦੇ ਨਾਲ ਹੀ ਸ੍ਰਿਸ਼ਟੀ ਦੀ ਆਰੰਭਤਾ ਹੈ। ਇਹ ਮੂਲ ਜਿਹੜਾ ਹੈ ਨਾ ਸ੍ਰਿਸ਼ਟੀ ਦਾ, ਇਹ ਪਵਨ ਹੀ ਹੈ, ਹਵਾ ਹੀ ਹੈ। ਵੇਖੋ ਸਰੀਰ ਨੂੰ ਜਿਉਂਦਿਆਂ ਰਹਿਣ ਵਾਸਤੇ ਅੰਨ ਚਾਹੀਦਾ ਹੈ। ਰੋਟੀ ਦੀ ਬੜੀ ਲੋੜ ਹੈ ਤਾਂ ਸਰੀਰ ਜਿਉਂਦਾ ਰਹੇਗਾ, ਪਰ ਰੋਟੀ ਦੇ ਨਾਲੋਂ, ਅੰਨ ਦੇ ਨਾਲੋਂ ਪਾਣੀ ਜ਼ਿਆਦਾ ਲੋੜ ਵਾ, ਪਾਣੀ ਦੀ। ਰੋਟੀ ਨਾ ਮਿਲੇ ਤੇ ਕੁਝ ਦਿਨ ਕੱਢ ਜਾਵੇਗਾ, ਕਈ ਭੁੱਖ ਹੜਤਾਲ ਰੱਖਦੇ ਆ ਨਾ, ਤੇ ਉਹ ਰੋਟੀ ਤੋਂ ਬਿਨਾਂ ਕਈ ਕਈ ਦਿਨ ਕੱਢ ਜਾਂਦੇ ਆ। ਪਰ ਪਾਣੀ ਤੋਂ ਬਿਨਾਂ ਨਹੀਂ ਨਿਕਲਦਾ ਸਮਾਂ, ਪਾਣੀ ਤੇ ਪੀਣਾ ਹੀ ਪੈਣਾ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੁਝ। ਪਾਣੀ ਤੋਂ ਬਿਨਾਂ ਵੀ ਕੁਝ ਘੰਟੇ ਕੱਢ ਸਕਦਾ, ਹੋ ਸਕਦਾ ਪਾਣੀ ਤੋਂ ਬਿਨਾਂ ਕੁਝ ਦਿਨ ਕੱਢ ਜਾਵੇ। ਰੋਟੀ ਤੋਂ ਜ਼ਿਆਦਾ ਲੋੜ ਪਾਣੀ ਦੀ ਹੈ, ਪਰ ਪਾਣੀ ਤੋਂ ਜ਼ਿਆਦਾ ਲੋੜ ਪਵਨ ਦੀ ਆ, ਸਵਾਸਾਂ ਦੀ ਆ। ਸਵਾਸਾਂ ਤੋਂ ਬਿਨਾਂ ਨਹੀਂ ਸਮਾਂ ਨਿਕਲਦਾ। ਜੇ ਹਵਾ ਨਾ ਪ੍ਰਾਪਤ ਹੋਵੇ, ਸਵਾਸ ਨਾ ਚੱਲਣ, ਪਾਣੀ ਭਾਵੇਂ ਮਿਲੇ, ਰੋਟੀ ਭਾਵੇਂ ਮਿਲੇ, ਪਰ ਜੇ ਆਕਸੀਜਨ ਨਹੀਂ, ਸਵਾਸ ਨਹੀਂ, ਤੇ ਸਵਾਸਾਂ ਦੇ ਬਿਨਾਂ ਸਰੀਰ ਮੁਰਦਾ ਹੋ ਜਾਂਦਾ। ਇਸ ਕਰਕੇ ਪ੍ਰਾਣਾ ਨਾਲ ਚੱਲਣ ਵਾਲਾ ਇਹ ਸਰੀਰ ਹੈ, ਤਾਂ ਮਹਾਰਾਜ ਨੇ ਪ੍ਰਾਣੀ ਆਖਿਆ। ਸਾਰੀ ਸ੍ਰਿਸ਼ਟੀ ਦੀ ਆਰੰਭਤਾ ਕਿੱਥੋਂ ਕੀਤੀ? ਮਹਾਰਾਜ ਸਾਹਿਬ ਨੇ ਪਵਨ ਆਰੰਭ। ਕਿਉਂਕਿ ਇੱਕ ਇੱਕ ਦੇ ਵਿੱਚ, ਇੱਕ ਇੱਕ ਸਵਾਲ ਵਿੱਚ ਕਈ ਸਵਾਲ ਵਾ। ਸਿੱਧਾ ਨੇ ਆਖਿਆ ਕਵਣ ਮੂਲ, ਇਹ ਸ੍ਰਿਸ਼ਟੀ ਦਾ ਮੂਲ ਕੀ ਹੈ? ਮਹਾਰਾਜ ਕਹਿੰਦੇ ਸ੍ਰਿਸ਼ਟੀ ਦਾ ਮੂਲ ਜਿਹੜਾ ਉਹ ਪਵਨ ਹੈ, ਉਹ ਸਵਾਸ ਹੈ, ਉਹ ਹਵਾ ਹੈ। ਇਹ ਹਵਾ ਦੇ ਦੁਆਰਾ ਹੀ ਸਾਚੇ ਤੇ ਪਵਨਾ ਭਇਆ। ਅਸਲ ਮੂਲ ਤਾਂ ਸੱਚ ਹੀ ਹੈ, ਉਹ ਪਰਮੇਸ਼ਰ ਹੀ ਹੈ, ਤੇ ਉਹ ਸੱਚ ਨਹੀਂ ਫਿਰ ਪਵਨ ਨੂੰ ਸਾਜਿਆ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਸੱਚ ਨੇ ਪਵਨ ਨੂੰ ਸਾਜਿਆ। ਇਹ ਪਵਨ ਹੀ, ਪਵਨ ਦੁਆਰਾ
ਤੇ ਪਵਨ ਫੁਰਨੇ ਮਾਤਰ ਦੇ ਨਾਲ, ਪਵਨ ਨਾਮ ਵਾਸ਼ਨਾ ਦਾ ਵੀ, ਪਵਨ ਨਾਮ ਫੁਰਨੇ ਦਾ ਵੀ ਹੁੰਦਾ ਹੈ। ਆਪਣੇ ਫੁਰਨੇ ਦੇ ਨਾਲ ਹੀ ਇਹ ਸ੍ਰਿਸ਼ਟੀ ਸਾਰੀ ਸਾਜ ਦਿੱਤੀ ਪਰਮੇਸ਼ਰ ਨੇ, ਪਵਨ ਨਾਲ ਹੀ ਆਰੰਭ ਕਰ ਦਿੱਤਾ। ਫਿਰ ਇਹ ਪਵਨ ਹਵਾ ਦੇ ਨਾਲ ਹੀ ਇਹ ਸ੍ਰਿਸ਼ਟੀ ਜਿਹੜੀ ਇਹ ਜਿਉਂਦੀ ਹੈ। ਜੇ ਹਵਾ ਨਾ ਹੋਵੇ, ਆ ਕਿੰਨਾ ਜ਼ਿਆਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਵੀ ਹਵਾ ਦੂਸ਼ਿਤ ਹੋ ਗਈ, ਵਾਤਾਵਰਨ ਖਰਾਬ ਹੋ ਗਿਆ, ਰੁੱਖ ਲਾਓ, ਬਾਹਰਲੀ ਹਵਾ ਵੀ। ਤੋ ਇਸ ਪ੍ਰਕਾਰ ਦੇ ਨਾਲ ਫਿਰ ਪਵਨ ਆਰੰਭ। ਇਹ ਸਰੀਰ ਜਿਹੜਾ ਹੈ ਇਹ ਸਵਾਸਾਂ ਨਾਲ, ਇਹਦੇ ਅੰਦਰ 10 ਪ੍ਰਕਾਰ ਦੀ ਪਵਨ ਹੈ ਸਰੀਰ ਦੇ ਅੰਦਰ, 10 ਪ੍ਰਕਾਰ ਦੇ ਪ੍ਰਾਣ ਵਾ ਜੋ ਮਹਾਂਪੁਰਖਾਂ ਨੇ, ਰੱਬ ਦੇ ਪਿਆਰਿਆਂ ਨੇ ਲਿਖੇ ਹੋਏ ਹਨ, ਸ਼ਾਸਤਰਕਾਰਾਂ ਨੇ, ਵੀ 10 ਪ੍ਰਕਾਰ ਦੇ ਪ੍ਰਾਣ, 5 ਪ੍ਰਕਾਰ ਦੇ ਪ੍ਰਾਣ ਤੇ 5 ਪ੍ਰਕਾਰ ਦੇ ਉਪ ਪ੍ਰਾਣ। ਉਹ ਜਿਹੜੇ ਸਰੀਰ ਦੇ ਵਿੱਚ ਹਵਾ ਹੀ ਕੰਮ ਕਰਦੀ ਹੈ। ਕਈ ਤਰ੍ਹਾਂ ਦੀ ਹਵਾ, ਵੇਖੋ ਭੱਜ ਗਏ ਥੋੜਾ ਜਿਹਾ ਨਾ ਤੇ ਉਹ ਜ਼ਿਆਦਾ ਹੀ ਹਰਕਤ ਹੋਣ ਲੱਗ ਪੈਂਦੀ ਹੈ ਪਵਨ ਦੀ, ਹਵਾ ਦੀ। ਸਾਹ ਚੜ ਜਾਂਦਾ, ਜਿਹਨੂੰ ਆਪਾਂ ਕਹਿੰਦੇ ਦਮ ਫੁੱਲ ਗਿਆ, ਦਮ ਚੜ ਗਿਆ, ਉਹ ਵੀ ਸਵਾਸਾਂ ਦੀ ਕਿਰਿਆ ਹੀ ਹੈ। ਤੋ ਇਸ ਤਰੀਕੇ ਦੇ ਨਾਲ ਕਵਣ ਮੂਲ, ਇਹ ਜੀਵਨ ਦਾ ਮੂਲ ਕੀ ਹੈ, ਜੀਵਨ ਦਾ ਆਧਾਰ ਕੀ ਹੈ? ਸਤਿਗੁਰੂ ਕਹਿੰਦੇ ਪਵਨ ਹੀ ਹੈ, ਹਵਾ ਹੈ, ਸਵਾਸਾਂ ਦੇ ਨਾਲ ਹੀ ਇਹ ਸਰੀਰ ਚੱਲਦਾ ਹੈ। ਇੱਕ ਮਹਾਂਪੁਰਖਾਂ ਨੇ ਸਮਝਾਉਣ ਵਾਸਤੇ ਦ੍ਰਿਸ਼ਟਾਂਤ ਘੜਿਆ, ਵਿਆਖਿਆਕਾਰਾਂ ਨੇ ਕੁਝ ਦ੍ਰਿਸ਼ਟਾਂਤ ਆਪ ਬਣਾਏ, ਆਪ ਘੜੇ, ਉਹ ਸਮਝਾਉਣ ਵਾਸਤੇ। ਦ੍ਰਿਸ਼ਟਾਂਤ ਭਾਵੇਂ ਅਸਲੀਅਤ ਨਹੀਂ ਹੈ, ਪਰ ਜਿਹੜੀ ਉਹਦੇ ਵਿੱਚ ਸਿੱਖਿਆ ਹੈ ਉਹ ਅਸਲੀਅਤ ਹੈ। ਉਹ ਦ੍ਰਿਸ਼ਟਾਂਤ ਇਹ ਘੜਿਆ ਵੀ ਝਗੜਾ ਹੋ ਗਿਆ, ਜਿਵੇਂ ਬਾਹਰੀ ਦੁਨੀਆ 'ਚ ਵੀ ਝਗੜਾ ਹੁੰਦਾ ਹੀ ਰਹਿੰਦਾ ਹੈ, ਇਸ ਤਰ੍ਹਾਂ ਕਹਿੰਦੇ ਸਰੀਰ ਵਿੱਚ ਝਗੜਾ ਹੋ ਗਿਆ, ਇੰਦਰੀਆਂ ਦਾ ਤੇ ਪ੍ਰਾਣਾਂ ਦਾ। ਗਿਆਨ ਇੰਦਰੀਏ, ਕਰਮ ਇੰਦਰੀਏ ਸਾਰੇ ਝਗੜ ਪਏ ਤੇ ਨਾਲ ਪ੍ਰਾਣ ਵੀ ਝਗੜ ਪਏ ਇਹਨਾਂ ਦੇ। ਅੱਖਾਂ ਕਹਿਣ ਲੱਗੀਆਂ ਝਗੜਾ ਕਿਹੜੀ ਗੱਲ ਤੋਂ ਹੋਇਆ? ਵੱਡੇ ਪੁਣੇ ਤੋਂ, ਹਉਮੈ ਤੋਂ। ਅੱਖਾਂ ਕਹਿਣ ਲੱਗੀਆਂ ਅਸੀਂ ਵੱਡੀਆਂ, ਜੇ ਅਸੀਂ ਨਾ ਹੋਈਏ ਤੇ ਸਰੀਰ ਚੱਲ ਹੀ ਨਹੀਂ ਸਕਦਾ। ਕੰਨ ਕਹਿਣ ਲੱਗੇ ਅਸੀਂ ਵੱਡੇ, ਜੇ ਅਸੀਂ ਨਾ ਹੋਈਏ ਤੇ ਸੁਣ ਹੀ ਨਹੀਂ ਸਕਦਾ ਕੁਝ। ਨਾਸਕਾਂ ਕਹਿੰਦੀਆਂ ਕਿ ਮੈਂ ਵੱਡੀ ਆ, ਜੇ ਮੈਂ ਨਾ ਹੋਵੇ ਤੇ ਸੁਗੰਧੀ ਦੁਰਗੰਧੀ ਕੌਣ ਦੱਸੂ। ਜੀਭ ਕਹਿੰਦੀ ਮੈਂ ਵੱਡੀ ਆ, ਸਵਾਦ ਤਾਂ ਮੈਂ ਚਖਾਉਣੀ ਆ ਤੈਨੂੰ, ਮੈਂ ਹੀ ਦੱਸਦੀ ਮਿੱਠਾ ਜ਼ਿਆਦਾ ਤੇ ਲੂਣ ਜ਼ਿਆਦਾ ਕਿ ਘੱਟ। ਹੱਥ ਕਹਿੰਦੇ ਅਸੀਂ ਵੱਡੇ ਆ, ਪੈਰ ਕਹਿੰਦੇ ਅਸੀਂ ਵੱਡੇ ਆ। ਇਸ ਤਰ੍ਹਾਂ ਇਹ ਝਗੜਾ ਹੋਇਆ। ਪ੍ਰਾਣ ਕਹਿੰਦੇ ਵੀ ਫਿਰ ਆਪਾਂ ਨਿਰਣਾ ਕਰ ਲਈਏ। ਕਹਿੰਦੇ ਵੀ ਨਿਰਣਾ ਕਿਵੇਂ ਕਰੀਏ? ਕਹਿੰਦੇ ਆਪੋ ਆਪਣਾ ਥਾਂ ਛੱਡੋ, ਆਪਣਾ ਆਪਣਾ ਸਥਾਨ ਛੱਡੋ। ਭਲਾ ਕੀ ਘਾਟਾ ਪੈਂਦਾ ਵਾ ਸਰੀਰ ਦੇ ਵਿੱਚ? ਵਾਰੀ ਵਾਰੀ ਕਹਿੰਦੇ ਆਪਣਾ ਥਾਂ ਛੱਡ ਕੇ ਪਾਸੇ ਹੋਈ ਜਾਓ। ਸਾਰੇ ਕਹੀ ਜਾਂਦੇ ਹੋ ਮੈਂ ਵੱਡਾ ਮੈਂ ਵੱਡਾ, ਪਤਾ ਲੱਗ ਜਾਵੇਗਾ ਕਿਹੜਾ ਵੱਡਾ ਵਾ, ਕਿ ਕੀ ਘਾਟਾ ਪੈਂਦਾ ਸਰੀਰ ਛੱਡ ਕੇ ਪਾਸੇ ਹੋ। ਅੱਖਾਂ ਛੱਡ ਕੇ ਪਾਸੇ ਹੋਈਆਂ, ਸਰੀਰ ਅੰਧਾ ਹੋ ਗਿਆ ਪਰ ਜਿਉਂਦਾ ਰਿਹਾ। ਕੰਨਾਂ ਦੀ ਵਾਰੀ ਆਈ, ਕੰਨ ਪਾਸੇ ਹੋਏ, ਬੋਲਾ ਹੋ ਗਿਆ ਪਰ ਜਿਉਂਦਾ ਰਿਹਾ। ਨਾਸਕਾਂ ਦੀ ਵਾਰੀ ਆਈ, ਇਹ ਪਾਸੇ ਹੋ ਗਈਆਂ, ਹੁਣ ਸੁਗੰਧੀ ਦੁਰਗੰਧੀ ਨਹੀਂ ਪ੍ਰਾਪਤ ਹੁੰਦੀ ਪਰ ਜਿਉਂਦਾ ਰਿਹਾ। ਕੰਨਾਂ ਦੀ ਵਾਰੀ ਉਹ ਪਾਸੇ ਹੋਏ, ਜਿਉਂਦਾ ਰਿਹਾ। ਰਸਨਾ ਗੂੰਗਾ ਹੋ ਗਿਆ ਪਰ ਜਿਉਂਦਾ ਰਿਹਾ। ਹੱਥ ਪਾਸੇ ਹੋਏ, ਲੂਲਾ ਹੋ ਗਿਆ ਪਰ ਜਿਉਂਦਾ ਰਿਹਾ। ਪੈਰ ਪਾਸੇ ਹੋ ਗਏ, ਲੰਗੜਾ ਹੋ ਗਿਆ ਪਰ ਜਿਉਂਦਾ ਰਿਹਾ। ਕਹਿੰਦੇ ਵੀ ਥੋੜਾ ਥੋੜਾ ਘਾਟਾ ਪੈਂਦਾ ਸਰੀਰ ਨੂੰ। ਚਲੋ ਹੁਣ ਤੁਸੀਂ ਸਾਰੇ ਵਿੱਚ ਆਓ, ਪ੍ਰਾਣ ਕਹਿੰਦੇ ਔਰ ਮੈਂ ਪਾਸੇ ਹੁੰਨਾ। ਜਦੋਂ ਪ੍ਰਾਣ ਸਰੀਰ 'ਚੋਂ ਪਾਸੇ ਹੋਏ ਤੇ ਬਾਕੀ ਸਾਰਾ ਕੁਝ ਵਿੱਚ ਆ, ਪਰ ਉਸੇ ਵੇਲੇ ਸਰੀਰ ਮੁਰਦਾ ਹੋ ਗਿਆ, ਹਲਚਲੀ ਮੱਚ ਗਈ। ਉਹ ਕਹਿਣ ਲੱਗੇ ਨਾ ਜਾਵੀਂ, ਤੂੰ ਨਾ ਜਾਵੀਂ ਪਾਸੇ, ਤੇਰੇ ਪਾਸੇ ਜਾਣ ਨਾਲ ਅਸੀਂ ਮਰ ਜਾਵਾਂਗੇ। ਸਾਰੇ ਵਿੱਚ ਹੁੰਦਿਆਂ ਵੀ ਸਾਡੀ ਕੋਈ ਕਦਰ ਕੀਮਤ ਨਹੀਂ ਹੈ। ਸਰੀਰ ਦੇ ਵਿੱਚ ਪ੍ਰਾਣਾਂ ਨੇ ਹੀ ਸਾਰਾ ਆਸਰਾ ਦਿੱਤਾ ਹੋਇਆ। ਇਸ ਕਰਕੇ ਮਹਾਰਾਜ ਵਾਰ-ਵਾਰ ਕਹਿੰਦੇ ਪ੍ਰਾਣੀ। ਪਰ ਪ੍ਰਾਣਾਂ ਨੂੰ ਕਿਹਨਾਂ ਨੇ ਆਸਰਾ, ਪ੍ਰਾਣਾਂ ਨੂੰ ਕਿਹਨੇ ਆਸਰਾ ਦਿੱਤਾ? ਮਹਾਰਾਜ ਕਹਿੰਦੇ ਪ੍ਰਾਣਾਂ ਨੂੰ ਪਰਮੇਸ਼ਰ ਨੇ ਆਸਰਾ ਦਿੱਤਾ। ਪ੍ਰਾਣ ਆਪਣੇ ਆਪ ਨਹੀਂ ਚੱਲਦੇ, ਪ੍ਰਾਣ ਵਾਹਿਗੁਰੂ ਦੇ ਹੁਕਮ ਦੇ ਨਾਲ ਚੱਲਦੇ, ਸਵਾਸ ਵਾਹਿਗੁਰੂ ਦੇ ਹੁਕਮ ਨਾਲ ਚੱਲਦੇ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ। ਪ੍ਰਭੂ ਜੀ ਭਾਵੇਂ ਪ੍ਰਾਣਾਂ ਨੇ ਮੇਰੇ ਸਰੀਰ ਨੂੰ ਆਸਰਾ ਦਿੱਤਾ, ਪਰ ਪ੍ਰਾਣਾਂ ਨੂੰ ਆਸਰਾ ਤੁਸੀਂ ਦਿੱਤਾ। ਇਸ ਕਰਕੇ ਮੈਂ ਆਪ ਜੀ ਨੂੰ ਨਮਸਕਾਰ ਕਰਦਾ। ਪ੍ਰਭ ਜੀ ਤੂੰ ਮੇਰਾ ਪ੍ਰਾਣ ਆਧਾਰ ਹੈ,
ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਓ ਬਾਰ। ਕਮਣ ਮੂਲ, ਜੀਵਨ ਦਾ ਮੂਲ ਕੀ ਹੈ? ਮਹਾਰਾਜ ਕਹਿੰਦੇ ਪਵਨ ਆਰੰਭ। ਇਹ ਜੀਵਨ ਨੂੰ ਪਵਨ ਦੇ ਨਾਲ, ਸਵਾਸਾਂ ਨਾਲ ਆਰੰਭ ਕੀਤਾ। ਸਵਾਸ ਚੱਲਦੇ ਆ ਤੇ ਜੀਵਨ ਚੱਲਦਾ ਹੈ, ਸਾਹ ਚੱਲਦੇ ਆ ਤੇ ਮਨੁੱਖ ਜਿਉਂਦਾ ਹੈ। ਮੁਰਦੇ ਦੀ ਨਿਸ਼ਾਨੀ ਕੀ ਹੈ? ਕਹਿੰਦੇ ਸਵਾਸ ਸਮਾਪਤ ਹੋ ਗਏ, ਸਾਹ ਪੂਰੇ ਹੋ ਗਏ। ਤੇ ਸਾਹ ਗਿਣਤੀ ਦੇ ਮਿਲੇ ਹੋਏ ਆ, ਗਿਣਤੀ ਦੇ ਗਿਣ ਗਿਣ ਕੇ ਮਹਾਰਾਜ ਨੇ ਦਿੱਤੇ ਹਰ ਇੱਕ ਨੂੰ, ਤੇ ਰੋਜ਼ ਘਟਦੇ ਜਾਂਦੇ ਆ। ਨਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ ਸਾਰ, ਜੀਵਨ ਲੋ ਰਹਿ ਭਰਮ ਮੋਹ, ਨਾਨਕ ਤੇਉ ਗਵਾਰ। ਦੂਸਰਾ ਸਵਾਲ ਕੀਤਾ ਸੀ ਕਮਣ ਮਤ ਵੇਲਾ, ਵੀ ਇਹ ਜਿਹੜਾ ਵੇਲਾ ਹੈ ਮਨੁੱਖਾ ਜਨਮ ਮਿਲਿਆ ਹੈ, ਇਹ ਕਿਹੜੀ ਮਤ ਲੈਣ ਦਾ ਵੇਲਾ ਹੈ, ਕਿਹੜੀ ਸਿੱਖਿਆ ਲੈਣ ਦਾ ਵੇਲਾ ਹੈ? ਤੇ ਸਤਿਗੁਰੂ ਕਹਿੰਦੇ ਹਨ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉੱਤਰ ਦਿੰਦਿਆਂ ਹੋਇਆਂ, ਸਿੱਧੋ ਸਤਿਗੁਰ ਮਤ ਵੇਲਾ, ਇਹ ਸਤਿਗੁਰਾਂ ਦੀ ਮਤ ਲੈਣ ਦਾ ਵੇਲਾ ਹੈ। ਜੋ ਜੀਵਨ ਹੈ ਮਨੁੱਖਾ ਜਨਮ ਮਿਲਿਆ ਹੈ, ਮਨੁੱਖਾ ਜਨਮ ਸਤਿਗੁਰਾਂ ਦੀ ਮਤ ਲੈਣ ਦਾ ਵੇਲਾ ਹੈ। ਸਤਿਗੁਰਾਂ ਦੀ ਸਿੱਖਿਆ ਲਈਏ ਇਸ ਜੀਵਨ ਦੇ ਵਿੱਚ, ਤਾਂ ਇਹ ਸਵਾਸ ਸਫਲੇ ਹੋਣਗੇ, ਤਾਂ ਇਹ ਜੀਵਨ ਸਫਲਾ ਹੋਵੇਗਾ। ਇਹ ਦੂਸਰਾ ਇੱਕ ਹੋਰ ਅਰਥ ਵੀ ਮਹਾਂਪੁਰਖਾਂ ਨੇ ਕੀਤਾ ਵੀ ਸਿੱਧ ਕਹਿਣ ਲੱਗੇ, ਮਹਾਰਾਜ ਕਿਹੜੇ ਵੇਲੇ ਸਤਿਗੁਰਾਂ ਦੀ ਮੱਤ ਲੈਣੀ ਚਾਹੀਦੀ ਹੈ? ਆਮ ਸੰਸਾਰ ਦੇ ਵਿੱਚ ਵੀ ਹੈ ਵੀ ਗੁਰੂ ਕੀ ਸਿੱਖੀ ਕਦੋਂ ਕੁ ਪ੍ਰਾਪਤ ਕਰੀਏ ਜੀ। ਕੋਈ ਕਹਿੰਦਾ ਹੈ ਵੀ ਹਾਲੇ ਤਾਂ ਇਹ ਬੱਚੇ ਛੋਟੇ ਆ, ਵੱਡੇ ਹੋ ਜਾਣਗੇ ਤੇ ਫਿਰ ਇਹਨਾਂ ਨੂੰ ਗੁਰੂ ਕੇ ਸਿੱਖ ਬਣਾਵਾਂਗੇ। ਕੋਈ ਕਹਿੰਦਾ ਹਾਲੇ ਜਵਾਨੀ ਦਾ ਸਮਾਂ ਹੈ, ਖਾਣ ਪੀਣ ਦਾ ਸਮਾਂ ਹੈ। ਕੋਈ ਕਹਿੰਦਾ ਹੈ ਬੱਚਿਆਂ ਦੇ ਵਿਆਹ ਕਰ ਲਈਏ। ਕੋਈ ਬਾਅਦ ਵਿੱਚ ਵੀ ਸੋਚੀ ਜਾਂਦਾ, ਉਹ ਕਹਿੰਦਾ ਹੁਣ ਪੋਤਰੇ ਲਾ ਲਈਏ ਕਿਸੇ ਪਾਸੇ। ਜਵਾਨੀ ਦਾ ਸਮਾਂ ਇਹ ਕਹਿੰਦੇ ਵੀ ਆਹ ਵਿਆਹ ਕਰਨਾ ਜੀ, ਬਾਅਦ ਚ ਸਿੱਖੀ ਧਾਰਨ ਕਰਾਂਗੇ। ਵੀ ਸਿੱਖੀ ਨੇ ਵਿਆਹ ਦੇ ਵਿੱਚ ਕੋਈ ਰੋਕ ਪਾ ਦੇਣੀ? ਬਜ਼ੁਰਗ ਹੋ ਕਰਕੇ ਫਿਰ ਵੀ ਕਹਿੰਦਾ ਹਾਲੇ ਅਗਲੇ ਸਾਲ ਕਹਿੰਦਾ ਵੀ ਸਿੱਖ ਬਣਾਂਗੇ, ਅਗਲੇ ਸਾਲ ਅੰਮ੍ਰਿਤ ਛਕਾਂਗੇ। ਅਗਲਾ ਸਮਾਂ ਹੀ ਸੋਚੀ ਜਾਂਦਾ ਹੈ। ਪਰ ਮਹਾਰਾਜ ਸਾਹਿਬ ਕਹਿੰਦੇ ਪਵਨ ਆਰੰਭ ਸਤਿਗੁਰ ਮਤ ਵੇਲਾ। ਜਦੋਂ ਜਨਮ ਹੋਵੇ ਤੇ ਪਹਿਲਾ ਸਵਾਸ ਹੀ ਆਵੇ ਨਾ, ਸਵਾਸ ਆਰੰਭ ਹੋਵੇ, ਪਹਿਲਾ ਸਵਾਸ ਹੀ, ਉਸੇ ਵੇਲੇ ਹੀ ਗੁਰੂ ਦੀ ਮੱਤ ਲੈ ਲਵੇ। ਉਸੇ ਵੇਲੇ ਹੀ ਬੱਚੇ ਨੂੰ ਗੁਰੂ ਦੀ ਮੱਤ ਮਿਲਣੀ ਚਾਹੀਦੀ ਹੈ। ਜਦੋਂ ਜਨਮ ਹੋਵੇ ਪਵਨ ਆਰੰਭ ਸਤਿਗੁਰ ਮਤ ਵੇਲਾ, ਜਨਮ ਹੋਇਆ ਤੇ ਪਹਿਲਾ ਹੀ ਸਵਾਸ ਆਰੰਭ ਹੋਇਆ ਨਾ, ਤੇ ਸਿਆਣੀ ਦਾਈ ਬੀਬੀ ਪਾਸ ਜੋ ਸੇਵਾ 'ਚ ਹਾਜ਼ਰ ਹੈ, ਬੱਚੇ ਬੱਚੀ ਦੇ ਜਨਮ ਹੁੰਦਿਆਂ ਸਾਰੀ ਉਹਦੇ ਕੰਨਾਂ ਦੇ ਵਿੱਚ ਗੁਰ ਮੰਤਰ ਦੀ ਆਵਾਜ਼ ਪਾਵੇ, ਮੂਲ ਮੰਤਰ ਦੀ ਆਵਾਜ਼ ਪਾਵੇ। ਪਹਿਲੀ ਆਵਾਜ਼ ਉਹਦੇ ਕੰਨਾਂ 'ਚ ਪਵੇ ਹੀ ਇਹੋ, ਜਦੋਂ ਪਵਨ ਸਵਾਸ ਪਹਿਲਾ ਹੀ ਸ਼ੁਰੂ ਹੋਵੇ ਤੇ ਕੰਨਾਂ ਦੇ ਵਿੱਚ ਆਵਾਜ਼ ਪਵੇ, ਵਾਹਿਗੁਰੂ 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 ਵਾਹਿਗੁਰੂ। ਮੂਲ ਮੰਤਰ ਪਾਵੇ ਕੰਨਾਂ ਵਿੱਚ, ਫਿਰ ਅੰਮ੍ਰਿਤ ਦੀ ਗੁੜਤੀ ਦਿੱਤੀ ਜਾਵੇ ਜੋ ਗੁਰੂ ਘਰ ਦੀ ਮਰਿਆਦਾ ਹੈ। ਇਸ ਕਰਕੇ ਸਵਾਸ ਚੱਲਦੇ ਆ, ਸਵਾਸ ਚਲਦਿਆਂ ਪਹਿਲਾਂ ਤਾਂ ਇਹ ਕੀਤਾ ਨਾ ਵੀ ਪਹਿਲੇ ਸਵਾਸ ਨਾਲ ਹੀ ਇਹ ਮੱਤ ਜਿਹੜੇ ਕੰਨਾਂ 'ਚ ਨਾਮ ਪੈ ਜਾਵੇ, ਸਤਿਗੁਰਾਂ ਦੀ ਮੱਤ ਲੈਣ ਦਾ ਵੇਲਾ। ਫਿਰ ਦੂਸਰਾ ਭਾਵ ਇਹ ਵੀ ਹੈ ਵੀ ਸਵਾਸ ਚਲਦਿਆਂ ਗੁਰੂ ਦੀ ਮੱਤ ਲੈ ਲਵੇ। ਜਦੋਂ ਸਵਾਸ ਪੂਰੇ ਹੋ ਗਏ ਫਿਰ ਗੁਰੂ ਦੀ ਮੱਤ ਕਿਵੇਂ ਲਈ ਜਾਵੇਗੀ? ਆ ਕਈਆਂ ਨੇ ਮਨਮੱਤਾਂ ਵੀ ਕੀਤੀਆਂ ਲੋਕਾਂ ਨੇ। ਲੋਕ ਹਟਦੇ ਥੋੜਾ ਮਨਮੱਤਾਂ ਕਰਨ ਤੋਂ। ਆ ਕੋਈ ਚੜ੍ਹਾਈ ਕਰ ਗਏ ਤੇ ਮਗਰੋਂ 5 ਪਿਆਰੇ ਅੰਮ੍ਰਿਤ ਤਿਆਰ ਕਰਕੇ ਮੁਰਦੇ ਦੇ ਮੂੰਹ 'ਚ ਪਾਈ ਜਾਂਦੇ। ਕਈਆਂ ਥਾਵਾਂ ਤੇ ਇਸ ਤਰ੍ਹਾਂ ਹੋਇਆ, ਮਰੇ ਦੇ ਮੂੰਹ 'ਚ ਅੰਮ੍ਰਿਤ। ਮਹਾਰਾਜ ਕਹਿੰਦੇ ਵੀ ਪਵਨ ਜਿੰਨਾ ਚਿਰ ਸਵਾਸ ਚੱਲਦੇ ਉਹਨਾਂ ਚਿਰ ਗੁਰੂ ਦੀ ਮੱਤ ਲੈਣ ਦਾ ਵੇਲਾ ਵਾ। ਮਰਨ ਤੋਂ ਮਗਰੋਂ ਕੀ ਮੂੰਹ ਦੇ ਵਿੱਚ ਅੰਮ੍ਰਿਤ ਪਾਇਆ? ਜਿੰਨਾ ਚਿਰ ਜ਼ਿੰਦਗੀ ਹੈ, ਜਿੰਨਾ ਚਿਰ ਜੀਵਨ ਵਾ, ਉਹਨਾਂ ਚਿਰ ਚਾਹੀਦਾ ਹੈ ਮਨੁੱਖ ਨੂੰ ਵੀ ਜਿੰਨਾ ਚਿਰ ਪਵਨ ਸਵਾਸ ਚੱਲਦੇ ਆ ਨਾ, ਤੇ ਇਹਨਾਂ ਦੇ ਚਲਦਿਆਂ ਇਹ ਗੁਰੂ ਕੀ ਬਾਣੀ ਪੜ੍ਹ ਲਵੇ। ਬਾਅਦ ਵਿੱਚ ਤਾਂ ਸ੍ਰੀ ਸਾਹਿਬ ਪਾਠ ਜਾਂ ਅਖੰਡ ਪਾਠ ਸਾਹਿਬ ਘਰ ਵਾਲਿਆਂ ਨੇ ਕਰਾ ਹੀ ਦੇਣਾ। ਇਹ ਨਹੀਂ ਵੀ ਨਹੀਂ, ਉਹ ਵੀ ਗੁਰੂ ਦੀ ਮਰਿਆਦਾ ਵਾ, ਕਰਾਉਣਾ ਵੀ ਫਰਜ਼ ਵਾ ਪਰਿਵਾਰ ਦਾ, ਕਰਾਉਣਾ ਵੀ ਚਾਹੀਦਾ ਹੈ। ਹਰ ਇੱਕ ਮਤ ਮਤੰਤਰ ਦੀ ਆਪਣੀ ਆਪਣੀ ਮਰਿਆਦਾ ਹੈ ਤੇ ਗੁਰੂ ਘਰ ਦੀ ਇਹ ਮਰਿਆਦਾ ਹੈ। ਕੋਈ ਪੁਰਾਣੀ ਚੜ੍ਹਾਈ ਕਰ ਜਾਵੇ ਤੇ ਉਹਦੀ ਕਲਿਆਣ ਵਾਸਤੇ ਸ੍ਰੀ ਸਹਿਜ ਪਾਠ, ਸ੍ਰੀ ਅਖੰਡ ਪਾਠ ਸਾਹਿਬ ਕਰਾਇਆ ਜਾਂਦਾ, ਸੰਗਤ ਨੂੰ ਲੰਗਰ ਛਕਾਇਆ ਜਾਂਦਾ। ਪਰ ਜੇ ਵਿਚਾਰ ਕੇ ਵੇਖੀਏ ਤੇ ਬੰਦੇ ਨੂੰ ਚਾਹੀਦਾ ਜਿਉਂਦਿਆਂ ਜਾਂ ਤੇ ਸਹਿਜ ਪਾਠ ਆਪ ਕਰ ਲਵੇ ਤੇ ਜਾਂ ਸ੍ਰੀ ਸਹਿਜ ਪਾਠ ਸੁਣ ਲਵੇ ਕਿਸੇ ਤੋਂ।
ਜਦੋਂ ਸਵਾਸ ਚੱਲਦੇ ਆ, ਕੰਨ ਕੰਮ ਕਰਦੇ, ਉਦੋਂ ਆਪਦੇ ਅੰਦਰ ਬਾਣੀ ਪਾ ਲਵੇ, ਸੁਣ ਲਵੇ। ਬਾਅਦ ਵਿੱਚ ਤਾਂ ਹੋ ਹੀ ਜਾਣਾ ਵਾ। ਪਵਨ ਆਰੰਭ ਸਤਿਗੁਰ ਮਤ ਵੇਲਾ, ਜਿੰਨਾ ਚਿਰ ਇਹ ਸਵਾਸ ਚੱਲਦੇ ਸਤਿਗੁਰਾਂ ਦੀ ਮਤ ਲੈਣ ਦਾ ਵੇਲਾ। ਇਹ ਮਨੁੱਖਾ ਜਨਮ ਹੈ, ਇਹ ਸਤਿਗੁਰਾਂ ਦੀ ਮਤ ਲੈਣ ਦਾ ਵੇਲਾ ਹੈ ਸਿੱਧੋ। ਤੇ ਗੁਰਬਾਣੀ 'ਚ ਵੀ ਆਖਿਆ ਭਗਤ ਰਸਨਾ ਦੁਆਰਾ, ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਿੰਨਾ ਚਿਰ ਤੂੰ ਬੁੱਢਾ ਨਹੀਂ ਹੋਇਆ ਭਾਈ। ਇਹ ਨਹੀਂ ਵੀ ਬਿਰਧ ਅਵਸਥਾ ਵਿੱਚ ਤੂੰ ਗੁਰੂ ਵਾਲਾ ਨਹੀਂ ਬਣ ਸਕਦਾ, ਨਾਮ ਨਹੀਂ ਜਪ ਸਕਦਾ, ਸੇਵਾ ਨਹੀਂ ਕਰ ਸਕਦਾ। ਤੀਜੇ ਪਾਤਸ਼ਾਹ ਨੇ ਇਹ ਵੀ ਵਹਿਮ ਭਰਮ ਦੂਰ ਕੀਤਾ ਕਿ ਬਿਰਧ ਅਵਸਥਾ ਵਿੱਚ ਵੀ ਕੋਈ ਸੇਵਾ ਕਰ ਸਕਦਾ ਵਾ, ਕੋਈ ਗੁਰੂ ਵਾਲਾ ਬਣ ਸਕਦਾ। ਪਰ ਜਿਹੜੀ ਗੱਲ ਜਵਾਨੀ ਵਾਲੀ ਉਹ ਤਾਂ ਨਹੀਂ ਨਾ ਬਣਦੀ। ਫਿਰ ਜਬ ਲਗ ਜਰਾ ਰੋਗ, ਜਰਾ ਵਡੇਪੇ ਨੂੰ ਰੋਗ ਆਖਿਆ ਬਾਣੀ ਦੇ ਵਿੱਚ, ਵੀ ਜਿਹੜੇ ਹੋਰ ਰੋਗ ਲੱਗਣੇ ਉਹ ਵੱਖਰੀ ਗੱਲ। ਬਿਰਧ ਅਵਸਥਾ ਆਪਣੇ ਆਪ 'ਚ ਹੀ ਇੱਕ ਰੋਗ ਹੈ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਿੰਨਾ ਚਿਰ ਕਾਲ ਨੇ ਤੇਰੀ ਸਰੀਰ ਨੂੰ, ਕਾਇਆ ਨੂੰ ਗ੍ਰਸ ਨਹੀਂ ਲਿਆ, ਤੇਰੇ ਸਰੀਰ ਦੀ ਬੁਰਕੀ ਨਹੀਂ ਪਾ ਲਈ ਆਪਣੇ ਮੂੰਹ ਵਿੱਚ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਇਹ ਮਨਾ ਉਹਨਾਂ ਚਿਰ ਭਜਨ ਕਰ, ਜਦੋਂ ਕਾਲ ਨੇ ਗ੍ਰਸ ਲਿਆ, ਬਿਰਧ ਅਵਸਥਾ ਨੇ ਤੈਨੂੰ ਗ੍ਰਸ ਲਿਆ, ਫਿਰ ਕਿਤਨਾ ਭਜਨ ਕਰ ਲਵੇਂਗਾ ਜਦੋਂ ਗੋਡਿਆਂ ਨੇ ਕੰਮ ਹੀ ਨਾ ਦਿੱਤਾ, ਚੌਂਕੜੀ ਮਾਰੀ ਨਾ ਗਈ, ਬੈਠਾ ਨਹੀਂ ਜਾਂਦਾ ਜੀ। ਜਦੋਂ ਬੈਠਾ ਜਾਂਦਾ ਉਦੋਂ ਜਪ ਨਾਮ ਆਪਣਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਏ। ਦਾ ਮਹਾਰਾਜ ਕਹਿੰਦੇ ਭਾਈ ਇਹ ਮਨੁੱਖਾ ਜਨਮ ਸਤਿਗੁਰਾਂ ਦੀ ਮੱਤ, ਸਤਿਗੁਰਾਂ ਦੀ ਸਿੱਖਿਆ ਲੈਣ ਦਾ ਵੇਲਾ ਹੈ। ਫਿਰ ਸਿੱਧਾ ਨੇ ਸਵਾਲ ਕੀਤਾ ਸੀ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸਿੱਧੋ ਸਾਡਾ ਗੁਰੂ ਹੈ ਸ਼ਬਦ, ਸ਼ਬਦ ਗੁਰੂ ਹੈ। ਤੇ ਸ਼ਬਦ ਦੇ ਵਿੱਚ ਜੋ ਅਸੀਂ ਸੁਰਤ ਨੂੰ ਜੋੜਿਆ ਹੋਇਆ ਨਾ, ਆਪਣੇ ਚਿੱਤ ਨੂੰ ਜੋੜਿਆ ਹੋਇਆ, ਸ਼ਬਦ ਦੇ ਵਿੱਚ ਸ੍ਰੇਸ਼ਟ ਰਤ ਪ੍ਰੀਤੀ ਕੀਤੀ ਹੋਈ ਹੈ। ਸ਼ਬਦ ਦੀ ਧੁਨ ਦੇ ਵਿੱਚ ਜੋ ਆਪਣੇ ਚਿੱਤ ਨੂੰ ਜੋੜਿਆ ਹੋਇਆ, ਇਹ ਆਪਣੀ ਸੁਰਤ ਨੂੰ, ਆਪਣੇ ਚਿੱਤ ਨੂੰ, ਆਪਣੀ ਸੁਰਤੀ ਨੂੰ ਚੇਲਾ ਬਣਾਇਆ ਹੋਇਆ। ਸੁਰਤ ਸ਼ਬਦ ਵਿੱਚ ਜੁੜੀ, ਸ਼ਬਦ ਗੁਰੂ ਹੈ ਤੇ ਸੁਰਤ ਚੇਲਾ ਹੈ। ਸ਼ਬਦ ਦੀ ਧੁਨ ਦੇ ਵਿੱਚ, ਸ਼ਬਦ ਦੀ ਆਵਾਜ਼ ਦੇ ਵਿੱਚ ਸੁਰਤ ਜੁੜੀ ਹੋਈ ਹੈ। ਸ੍ਰੇਸ਼ਟ ਪ੍ਰੀਤੀ ਨਾਲ ਅਸੀਂ ਸ਼ਬਦ ਦਾ ਉਚਾਰਨ ਕਰਦੇ ਹਾਂ, ਸ਼ਬਦ ਦੀ ਧੁਨੀ ਕਰਦੇ ਹਾਂ। ਤੇ ਸ਼ਬਦ ਦਾ ਅਰਥ ਕੀ ਹੋਇਆ ਸਾਧ ਸੰਗਤ? ਸ਼ਬਦ ਵਾਹਿਗੁਰੂ, ਸ਼ਬਦ ਅਕਾਲ ਪੁਰਖ। ਸ਼ਬਦ ਦਾ ਅਰਥ ਹੈ ਬ੍ਰਹਮ, ਪਾਰ ਬ੍ਰਹਮ ਪਰਮੇਸ਼ਰ। ਪਰਮੇਸ਼ਰ ਨੂੰ ਸ਼ਬਦ ਕਹਿੰਦੇ ਮਹਾਰਾਜ। ਉਹ ਵਾਹਿਗੁਰੂ ਪਰਮੇਸ਼ਰ ਹੈ, ਉਹ ਸ਼ਬਦ ਰੂਪ ਹੈ ਤੇ ਸ਼ਬਦ ਉਹ ਬ੍ਰਹਮ ਰੂਪ ਹੈ। ਅਕਾਲ ਪੁਰਖ ਵਾਹਿਗੁਰੂ ਹੈ ਸਾਡਾ ਗੁਰੂ। ਸਿੱਧੋ ਪਾਰ ਬ੍ਰਹਮ ਪਰਮੇਸ਼ਵਰ ਹੈ ਸ਼ਬਦ ਗੁਰੂ। ਪਾਰ ਬ੍ਰਹਮ ਪਰਮੇਸ਼ਰ ਸਾਡਾ ਗੁਰੂ ਹੈ। ਹੋਰ ਥਾਂ ਤੇ ਵੀ ਮਹਾਰਾਜ ਨੇ ਬਾਣੀ 'ਚ ਫਰਮਾਇਆ, ਤਤ ਨਿਰੰਜਨ ਜੋਤ ਸਬਾਈ, ਸੋ ਹਮ ਭੇਦ ਨਾ ਕੋਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਜੋ ਅਪਰੰਪਰ ਹੈ, ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜੋ ਪਾਰ ਬ੍ਰਹਮ ਹੈ, ਸਰਬ ਵਿਆਪਕ, ਪਾਰਾਵਾਰ ਤੋਂ ਰਹਿਤ, ਪਾਪਾਂ ਪੁੰਨਾਂ ਤੋਂ ਪਰੇ, ਪਰਮ ਈਸ਼ਵਰ ਹੈ, ਉਹ ਸਾਡਾ ਗੁਰੂ। ਉਸੇ ਨੂੰ ਅਸੀਂ ਸ਼ਬਦ ਕਹਿੰਦੇ ਹਾਂ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਤੇ ਸ਼ਬਦ ਵਿੱਚ ਸੁਰਤ ਨੂੰ ਜੋ ਜੋੜਿਆ ਹੋਇਆ ਹੈ, ਸ਼ਬਦ ਦੀ ਧੁਨੀ ਵਿੱਚ ਇਹ ਸੁਰਤ ਨੂੰ ਚੇਲਾ ਬਣਾਉਣਾ ਕੀਤਾ ਹੈ। ਫਿਰ ਸਿੱਧਾ ਨੇ ਇੱਕ ਹੋਰ ਸਵਾਲ ਕੀਤਾ ਸੀ, ਕਵਣ ਕਥਾ ਲੈ ਰਹੋ ਨਿਰਾਲੇ। ਕਹਿੰਦੇ ਸੀ ਵੀ ਕਿਹੜੀ ਕਥਾ ਜਿਸ ਨੂੰ ਤੁਸੀਂ ਸੁਣਿਆ ਹੈ, ਜਿਸ ਨੂੰ ਤੁਸੀਂ ਪ੍ਰਾਪਤ ਕੀਤਾ ਹੈ, ਜਿਸ ਕਥਾ ਨੂੰ ਲੈ ਕਰਕੇ, ਪ੍ਰਾਪਤ ਕਰਕੇ ਤੁਸੀਂ ਸੰਸਾਰ ਦੇ ਮੋਹ ਮਮਤਾ ਤੋਂ ਨਿਆਰੇ ਹੀ ਹੋ ਗਏ ਹੋ। ਤੁਹਾਡੇ ਉੱਤੇ ਸੰਸਾਰ ਦਾ, ਇਹ ਪਦਾਰਥਾਂ ਦਾ, ਸੰਸਾਰ ਦਾ, ਪ੍ਰਵਿਰਤੀ ਦਾ ਕੋਈ ਪ੍ਰਭਾਵ ਹੀ ਨਹੀਂ ਪੈਂਦਾ ਹੈ। ਮਹਾਰਾਜ ਕਹਿੰਦੇ ਉਹ ਅਕਥ ਦੀ ਕਥਾ ਹੈ। ਅਕਥ ਜੋ ਕਥਿਆ ਨਹੀਂ ਨਾ ਜਾਂਦਾ, ਉਸ ਦੀ ਕਥਾ ਅਸੀਂ ਪ੍ਰਾਪਤ ਕੀਤੀ ਹੈ। ਜਿਸ ਦੀ ਕਥਾ ਜਿੰਨੀ ਕਰੀਏ ਤੇ ਫੇਰ ਬੇਅੰਤ ਹੀ ਬੇਅੰਤ ਹੈ। ਉਸ ਅਕਥ ਜੋ ਕਥਨ ਤੋਂ ਰਹਿਤ, ਅਕਥਨੀਏ ਹੈ,
उस परमेश्वर की कथा नूं ले असीं प्राप्त करके लैके रहो निराला। संसार विच रहिंदे निराला रहिंदे हैं, न्यारे रहिंदे हैं, वखरे रहिंदे हैं। ये पदार्थां विच खुबदे नहीं हाँ, संबंधियां दे विच खचत नहीं हुंदे हाँ। संसार दे उस्तति निंदिया दा साडे ते असर नहीं हुंदा। संसार दे वकारां अवगुणां पापां दा, हंगता ममता पुणे दा साडे ते प्रभाव नहीं पैंदा। असीं विचे रहिंदे आ, न्यारे रहिंदे आ। ਉਹ ਅਕਥ ਦੀ ਕਥਾ ਅਸੀਂ ਪ੍ਰਾਪਤ ਕੀਤੀ ਹੈ। ਅਕਥ ਦੀ ਕਥਾ, ਜਿਸ ਦੀ ਕਥਾ ਜਿੰਨੀ ਕਰੀਏ ਤੇ ਫਿਰ ਵੀ ਉਹਦੀ ਕਥਾ ਦਾ ਅੰਤ ਨਹੀਂ ਆਉਂਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਨੇ ਪਿੱਛੇ ਕਥਾ ਕੀਤੀ ਆ ਕਥ ਦੀ, ਕਰੋੜਾਂ ਹੁਣ ਕਥਾ ਕਰ ਰਹੇ ਆ, ਕਰੋੜਾਂ ਆਉਣ ਵਾਲੇ ਸਮੇਂ 'ਚ ਕਥਾ ਕਰਨਗੇ। ਪਰ ਕਥਾ ਦਾ ਤੋਟ ਅੰਤ ਨਹੀਂ ਆਉਂਦਾ ਹੈ, ਕਥਾ ਸਮਾਪਤ ਨਹੀਂ ਹੁੰਦੀ ਹੈ, ਕਥਾ ਚੱਲਦੀ ਰਹਿੰਦੀ ਹੈ ਪਰਮੇਸ਼ਰ। ਇਸ ਕਰਕੇ ਉਹ ਅਕਥ ਹੈ, ਜਿਹੜਾ ਕਥਿਆ ਹੀ ਨਹੀਂ ਜਾਂਦਾ ਹੈ। ਉਸ ਅਕਥ ਦੀ ਕਥਾ ਨੂੰ ਅਸੀਂ ਪ੍ਰਾਪਤ ਕਰਕੇ, ਉਸ ਦੇ ਗਿਆਨ ਨੂੰ ਪ੍ਰਾਪਤ ਕਰਕੇ ਸੰਸਾਰ ਵਿੱਚ ਰਹਿੰਦੇ ਹੋਇਆਂ ਨਿਆਰੇ ਰਹਿੰਦੇ ਹਨ, ਨਿਰਾਲੇ ਰਹਿੰਦੇ ਹਨ, ਨਿਰਲੇਪ ਰਹਿੰਦੇ ਹਾਂ। ਨਾਨਕ ਜੁਗ ਜੁਗ ਗੁਰ ਗੋਪਾਲਾ। ਇਹ ਸਿੱਧੋ ਸਾਡਾ ਜੋ ਗੁਰੂ ਹੈ ਨਾ, ਗੋਪਾਲਾ, ਜੋ ਪ੍ਰਿਥਵੀ ਦਾ ਪਾਲਣਹਾਰ ਪਰਮੇਸ਼ਰ ਹੈ, ਉਹ ਜੁੱਗਾਂ ਜੁੱਗਾਂ ਵਿੱਚ ਹੀ ਗੁਰੂ ਹੈ। ਉਹ ਸਾਰਿਆਂ ਦਾ ਗੁਰੂ ਹੈ। ਸਤਯੁਗ ਦਾ ਵੀ ਉਹੀ ਗੁਰੂ ਹੈ, ਤ੍ਰੇਤੇ ਦੇ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁਗ ਵਿੱਚ ਵੀ, ਜੁੱਗਾਂ ਜੁੱਗਾਂ ਦੇ ਵਿੱਚ ਹੀ ਉਹ ਗੁਰ ਗੋਪਾਲਾ, ਗੋਪਾਲ ਪਰਮੇਸ਼ਰ ਹੀ ਗੁਰੂ ਹੈ ਸਭ ਦਾ। ਸਾਡਾ ਐਸਾ ਉਹ ਸਤਿਗੁਰੂ ਹੈ ਵਾਹਿਗੁਰੂ ਪਰਮੇਸ਼ਰ। ਏਕ ਸ਼ਬਦ ਜਿਤ ਕਥਾ ਵਿਚਾਰੀ। ਫਿਰ ਸਿੱਧਾਂ ਨੇ ਆਖਿਆ ਸੀ ਵੀ ਇਹ ਕਿਹੜੀ ਕਥਾ, ਉਹਦਾ ਵਿਚਾਰ ਦਿਓ ਤੁਸੀਂ। ਮਹਾਰਾਜ ਸਾਹਿਬ ਕਹਿੰਦੇ ਏਕ ਸ਼ਬਦ, ਇੱਕ ਅਸੀਂ ਉਹ ਪਰਮੇਸ਼ਰ ਬ੍ਰਹਮ ਦੇ ਸ਼ਬਦ ਉਪਦੇਸ਼ ਦੇ ਨਾਲ ਜੁੜੇ ਹਾਂ। ਇੱਕ ਸ਼ਬਦ ਦੇ ਨਾਲ ਜੁੜ ਕਰਕੇ, ਵਾਹਿਗੁਰੂ ਸ਼ਬਦ ਦੇ ਨਾਲ ਜੁੜ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਦੀ ਕਥਾ ਵਿਚਾਰੀ ਹੈ। ਗੁਰਮੁਖ ਹਉਮੈ ਅਗਨ ਨਿਵਾਰੀ। ਤੇ ਮੁਖੀ ਗੁਰੂ ਜੋ ਪਰਮੇਸ਼ਰ ਹੈ, ਉਸ ਦੇ ਸ਼ਬਦ ਨੂੰ ਪ੍ਰਾਪਤ ਕਰਕੇ, ਉਸ ਦੀ ਕਥਾ ਨੂੰ ਵਿਚਾਰ ਕਰਕੇ ਅਸੀਂ ਹਉਮੈ ਦੀ ਅੱਗ ਨੂੰ ਨਿਵਰਤ ਕੀਤਾ। ਅਥਵਾ ਜਿਹੜੇ ਜਿਹੜੇ ਗੁਰਮੁਖਾਂ ਨੇ ਗੁਰੂ ਕੇ ਸ਼ਬਦ ਉਪਦੇਸ਼ ਨਾਲ ਜੁੜ ਕਰਕੇ ਵਾਹਿਗੁਰੂ ਦੀ ਕਥਾ ਦੀ ਵਿਚਾਰ ਕੀਤੀ ਹੈ, ਉਹਨਾਂ ਗੁਰਮੁਖਾਂ ਦੇ ਅੰਦਰੋਂ ਗੁਰੂ ਕੇ ਸ਼ਬਦ ਨੇ ਹਉਮੈ ਦੀ ਅੱਗ ਨਿਵਾਰ ਦਿੱਤੀ ਹੈ। ਹਉਮੈ ਦੀ ਅਗਨੀ ਨੂੰ ਨਿਵਰਤ ਕਰ ਦਿੱਤਾ, ਹਉਮੈ ਦੀ ਅਗਨੀ ਨੂੰ ਬੁਝਾ ਦਿੱਤਾ, ਹਉਮੈ ਦੀ ਅੱਗ ਨੂੰ ਖਤਮ ਕਰ ਦਿੱਤਾ ਗੁਰੂ ਕੇ ਸ਼ਬਦ ਨੇ। ਸਿੱਧਾਂ ਨੇ ਪੁੱਛਿਆ ਸੀ ਨਾ ਕਿ ਉਹ ਕਿਹੜਾ ਸ਼ਬਦ ਹੈ ਜਿਸ ਦੇ ਨਾਲ ਭਵਜਲ ਤੋਂ ਪਾਰ ਲੰਘੀਦਾ ਹੈ। ਭਵਜਲ ਸ਼ਬਦ ਲੰਘਾਵਣ ਹਾਰ, ਕਿਹੜਾ ਸ਼ਬਦ ਭਵਜਲ ਤੋਂ ਪਾਰ ਲੰਘਾਉਣ ਵਾਲਾ ਹੈ? ਤੇ ਮਹਾਰਾਜ ਕਹਿੰਦੇ ਉਹ ਗੁਰੂ ਦਾ ਸ਼ਬਦ ਹੈ, ਜਿਸ ਵਿੱਚ ਵਾਹਿਗੁਰੂ ਦਾ ਕਥਨ ਹੈ, ਵਾਹਿਗੁਰੂ ਦਾ ਜਸ ਕਥਨ ਕੀਤਾ ਹੈ। ਉਹ ਗੁਰੂ ਦੇ ਮੁਖ ਦੁਆਰਾ ਸ਼ਬਦ ਪ੍ਰਾਪਤ ਹੁੰਦਾ ਹੈ। ਤੇ ਜਦੋਂ ਜਗਿਆਸੂ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ, ਫਿਰ ਗੁਰਮੁਖ ਬਣ ਜਾਂਦਾ ਹੈ। ਫਿਰ ਉਹਦੇ ਅੰਦਰੋਂ ਹਉਮੈ ਦੀ ਅੱਗ ਬੁਝ ਜਾਂਦੀ ਹੈ। ਜਦੋਂ ਹਉਮੈ ਦੀ ਅੱਗ ਬੁਝ ਜਾਵੇ, ਫਿਰ ਸ਼ਬਦ ਆਪਣੀ ਬਰਕਤ ਦੇ ਨਾਲ, ਆਪਣੀ ਸ਼ਕਤੀ ਦੇ ਨਾਲ ਜੀਵ ਨੂੰ ਸੰਸਾਰ ਭਵਜਲ ਤੋਂ ਪਾਰ ਲੰਘਾ ਦਿੰਦਾ। ਇਹ ਹਉਮੈ ਦੀ ਅੱਗ ਹੀ ਨਹੀਂ ਪਾਰ ਲੰਘਣ ਦਿੰਦੀ। ਮਹਾਰਾਜ ਕਹਿੰਦੇ ਹਉ ਵਿੱਚ ਹੀ ਆਉਂਦਾ ਹੈ ਤੇ ਹਉ ਵਿੱਚ ਹੀ ਜਾਂਦਾ, ਜੰਮਦਾ ਮਰਦਾ ਹੈ ਵਾਰ-ਵਾਰ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਪਰ ਜਦੋਂ ਗੁਰੂ ਕੀ ਕਿਰਪਾ ਹੁੰਦੀ ਹੈ ਤਾਂ ਪਰ ਸ਼ਬਦ ਹਿਰਦੇ ਵਿੱਚ ਵਸਦਾ ਹੈ ਤੇ ਹਉਮੈ ਦੀ ਅੱਗ ਬੁਝ ਜਾਂਦੀ ਹੈ, ਹੰਕਾਰ ਦੂਰ ਹੋ ਜਾਂਦਾ ਹੈ, ਫਿਰ ਨਿਮਰਤਾ ਦੀ ਪ੍ਰਾਪਤੀ ਹੁੰਦੀ ਹੈ। ਇਹ ਸਿੱਧਾਂ ਦੇ ਸਵਾਲਾਂ ਦੇ ਜਵਾਬ 43ਵੀਂ ਪੌੜੀ ਵਿੱਚ ਸਵਾਲ ਕੀਤੇ, 44ਵੀਂ ਪੌੜੀ ਵਿੱਚ ਮਹਾਰਾਜ ਨੇ ਜਵਾਬ ਦਿੱਤੇ। ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ। ਆਪ ਸਮੂਹ ਸੰਗਤਾਂ ਦੀ ਸੇਵਾ ਦੇ ਵਿੱਚ ਅਦਬ ਸਹਿਤ ਬੇਨਤੀ ਹੈ। ਅੱਜ ਸਾਧ ਸੰਗਤ ਜੀ 13 ਤਰੀਕ ਹੈ, 31 ਜੇਠ ਹੈ, ਔਰ ਅੱਜ ਸ਼ਾਮ ਨੂੰ ਜੋ ਲੜੀਵਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਚੱਲਦੀ ਹੈ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ, ਉਸ ਦੇ ਅੱਜ
ਭੋਗ ਪੈਣਗੇ। 5 ਤੋਂ 6 ਵਜੇ ਦਾ ਸਮਾਂ ਹੈ ਸ਼ਾਮ ਦਾ। ਕਥਾ ਦੀ ਸੰਪੂਰਨਤਾ ਹੀ ਅੱਜ ਹੋ ਰਹੀ ਹੈ। ਕਥਾ ਦੇ ਭੋਗ ਪਾਏ ਜਾ ਰਹੇ ਹਨ। ਨਾਲ ਹੀ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਆਰੰਭ ਵੀ ਹੋਵੇਗੀ। ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ, ਉਹਨਾਂ ਨੇ ਸਾਧ ਸੰਗਤ ਜੀ ਹਾਜ਼ਰੀ ਭਰ ਕੇ ਮਹਾਂਪੁਰਖਾਂ ਨੇ ਕਥਾ ਦੇ ਭੋਗ ਪਾਉਣੇ ਹਨ। ਸ਼ਾਮ ਨੂੰ ਆਰੰਭਤਾ ਵੀ ਬਾਬਾ ਜੀ ਨੇ ਕਰਵਾਉਣੀ ਹੈ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋ ਕੇ ਸ੍ਰੀ ਮੁਖ ਵਾਕ ਹੋ ਕੇ ਕਥਾ ਦੀ ਆਰੰਭਤਾ ਹੋਵੇਗੀ। ਇਹ ਸਾਰਾ ਹੀ ਪ੍ਰੋਗਰਾਮ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਗੁਰਾ ਸਿੰਘ ਜੀ, ਉਹਨਾਂ ਦੇ ਸਾਧ ਸੰਗਤ ਜੀ ਸੋ ਸਲਾਹ ਦੇ ਨਾਲ ਗੁਰਮਤੇ ਦੇ ਨਾਲ ਰੱਖਿਆ ਗਿਆ ਹੈ। ਸੋ ਸਾਰੀਆਂ ਸੰਗਤਾਂ ਨੇ ਆਪ ਜੀ ਨੇ ਪਹੁੰਚ ਕਰਕੇ ਸ਼ਾਮ ਨੂੰ 5 ਤੋਂ 6 ਵਜੇ ਦਾ ਜੋ ਸਮਾਂ ਹੈ ਕਥਾ ਦੇ ਭੋਗ ਦੇ ਉੱਤੇ ਹਾਜ਼ਰੀਆਂ ਲਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖ ਹਉਮੈ ਅਗਨ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।